Hi, this is Priyanka Chopra and you're watching Channel Y. The biggest South Asian media group, Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का #1 रेडियो स्टेशन FM 91.9। You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media. Hello everyone, my name is Yudhir Jaswal. I'm the group editor at Y Media. Y Media group ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਮੈਂ ਤੁਹਾਡਾ ਸਵਾਗਤ ਕਰਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਦੋ ਬਹੁਤ ਸੀ ਖਾਸ ਸ਼ਖਸੀਅਤਾਂ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਔਰ ਮੈਂ ਸਵਾਗਤ ਕਰਨਾ ਚਾਹੁੰਦਾ ਹੈਗਾ ਡਾਕਟਰ ਮਾਰਕੰਡੇ ਸਾਹਿਬ ਦਾ। ਡਾਕਟਰ ਸਾਹਿਬ ਤੁਹਾਡਾ Y Media ਗਰੁੱਪ ਵੱਲੋਂ ਚੈਨਲ Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ। ਯੂ ਆਰ ਵੈਰੀ ਵੈਲਕਮ। ਮੈਂ ਡਾਕਟਰ ਸਾਹਿਬ ਬਾਰੇ ਜਾਣਕਾਰੀ ਜ਼ਰੂਰ ਸ਼ੇਅਰ ਕਰ ਦਵਾਂ ਕਿ ਨਾ ਸਿਰਫ ਪਹਿਲਾਂ ਵਾਈਸ ਚਾਂਸਲਰ ਰਹਿ ਚੁੱਕੇ ਨੇ ਗੁਰੂਗ੍ਰਾਮ ਯੂਨੀਵਰਸਿਟੀ ਦੇ ਵਿੱਚ, ਲੇਕਿਨ ਉਹਦੇ ਨਾਲ ਨਾਲ ਇਹਨਾਂ ਨੇ 20 ਤੋਂ ਜ਼ਿਆਦਾ ਬੁੱਕਸ ਵੀ ਲਿਖੀਆਂ ਹੈਗੀਆਂ ਨੇ। ਡਾਕਟਰ ਨੇ ਬਾਏ ਪ੍ਰੋਫੈਸ਼ਨ ਆਈ ਸਰਜਨ ਨੇ ਔਰ ਬਹੁਤ ਸਾਰੇ ਜਿਹੜੇ ਆਈ ਆਪਰੇਸ਼ਨਸ ਕੀਤੇ ਨੇ ਉਹਦੇ ਬਾਰੇ ਵੀ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ। ਇਸ ਤੋਂ ਇਲਾਵਾ ਸ਼੍ਰੀ ਭਗਵਦ ਗੀਤਾ ਦੇ ਉੱਤੇ ਇਹਨਾਂ ਦੀ ਬੜੀ ਜ਼ਬਰਦਸਤ ਪਕੜ ਹੈ, ਪੋਲੀਟੀਕਲ ਪਕੜ ਵੀ ਹੈ, ਬਟ ਲੈਟਸ ਲੀਵ ਦ ਪੋਲੀਟਿਕਸ ਫॉर ਸਮ ਅਦਰ ਡੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਝ ਥੋੜੀ ਜੀ ਸ਼੍ਰੀ ਭਗਵਦ ਗੀਤਾ ਦੇ ਉੱਤੇ। ਸਾਡੇ ਇੱਥੇ ਜਿਹੜਾ ਪ੍ਰੋਗਰਾਮ ਹੋ ਰਿਹਾ ਟੋਰਾਂਟੋ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ। ਔਰ ਅਕਸਰ ਹੀ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਜ਼ਰੂਰ ਸਵਾਲ ਆਉਂਦੇ ਹੋਣਗੇ, ਕਿਉਂਕਿ ਜਦੋਂ ਅਸੀਂ ਸ਼੍ਰੀ ਭਗਵਦ ਗੀਤਾ ਦੀ ਗੱਲ ਕਰਦੇ ਹਾਂ ਤੇ ਗੀਤਾ ਗਿਆਨ, ਗੀਤਾ ਉਪਦੇਸ਼, ਇਹਦੇ ਬਾਰੇ ਅਸੀਂ ਸਾਰੇ ਸੁਣਦੇ ਹਾਂ। ਔਰ ਸ਼੍ਰੀ ਕ੍ਰਿਸ਼ਨ ਜੀ ਨੇ ਜੋ ਅਰਜੁਨ ਜੀ ਦੇ ਮਨ ਦੇ ਵਿੱਚ ਜਿਹੜੇ ਸਵਾਲ ਸੀਗੇ ਯੁੱਧ ਦੇ ਸਮੇਂ, ਉਹਦੇ ਜਵਾਬ ਵੀ ਇਹਦੇ ਜ਼ਰੀਏ ਦਿੱਤੇ ਨੇ। ਸੋ ਸਾਡੇ ਮਨ ਦੇ ਵਿੱਚ ਵੀ ਬੜੇ ਸਾਰੇ ਸਵਾਲ ਨੇ। ਸੋ ਅੱਜ ਅਸੀਂ ਫਾਇਦਾ ਲਵਾਂਗੇ ਡਾਕਟਰ ਸਾਹਿਬ ਦਾ। ਇਹਨਾਂ ਦੀ ਬਹੁਤ ਜ਼ਬਰਦਸਤ ਪਕੜ ਹੈ ਸ਼੍ਰੀ ਭਗਵਦ ਗੀਤਾ ਦੇ ਉੱਤੇ। ਸਪਿਰਿਚੁਅਲ ਗੱਲਾਂ ਵੀ ਕੁਛ ਇਹਨਾਂ ਦੇ ਨਾਲ ਸ਼ੇਅਰ ਕਰਾਂਗੇ। ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ, ਮੈਂ ਸਵਾਗਤ ਕਰਨਾ ਚਾਹੁੰਦਾ ਰਮਨ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੀਰ ਜੀ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਵਰਜਾ ਜੀ। ਵੈਲਕਮ ਸਰ। ਔਰ CEO ਕਰਤਾ ਧਰਤਾ ਸੇਮੈਕਸ ਇੱਕ ਜਾਣੀ ਪਹਿਚਾਣੀ ਕੰਪਨੀ ਅਸੀਂ ਸਾਰੇ ਜਾਣਦੇ ਹਾਂ, ਬਟ ਜਸਟ ਫॉर ਵਿਊਅਰਸ ਬੈਨੀਫਿਟ, ਜਸਟ ਇਨ ਕੇਸ ਯੂ ਡੋਂਟ ਨੋ, ਮੈਂ ਦੱਸ ਦਵਾਂ ਕਿ ਨਾ ਸਿਰਫ ਕੈਨੇਡਾ ਬਲਕਿ ਅਮਰੀਕਾ, ਇੰਡੀਆ ਔਰ ਬਹੁਤ ਜਗ੍ਹਾ ਇਹਨਾਂ ਦੀਆਂ ਬ੍ਰਾਂਚਿਸ ਜਿਹੜੀਆਂ ਨੇ ਓਪਨ ਹੋ ਚੁੱਕੀਆਂ ਨੇ। ਸੇਮੈਕਸ ਸਾਡੀ ਕਮਿਊਨਿਟੀ ਦੇ ਵਿੱਚ ਲੀਡਿੰਗ ਰੀਅਲ ਸਟੇਟ ਫਰਮ ਹੈਗੀ ਹੈ। ਔਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਬੜੇ ਮਾਣ ਦੇ ਨਾਲ ਕਿ ਯੈਸ, ਜਦੋਂ ਤੋਂ ਸ਼ੁਰੂਆਤ ਹੋਈ ਹੈਗੀ ਹੈ ਰਮਨ ਜੀ, ਉਦੋਂ ਦਾ ਵੈਰੀ ਡੀਅਰ ਫਰੈਂਡ। ਔਰ ਸਭ ਤੋਂ ਚੰਗੀ ਗੱਲ ਜਿਹੜੀ ਹਮੇਸ਼ਾ ਲੱਗਦੀ ਹੈ ਰਮਨ ਜੀ ਤੁਹਾਡੀ, ਕਿ ਤੁਹਾਡੀ ਇੱਕ ਬਹੁਤ ਸਟਰੋਂਗ ਔਰ ਪੋਜ਼ਿਟਿਵ એનર્ਜੀ ਹਮੇਸ਼ਾ ਮਿਲਦੀ ਹੈ। ਕੁਛ ਨਾ ਕੁਛ ਮੈਂ ਐਲਬਰਟ ਆਇਨਸਟਾਈਨ ਦਾ ਇੱਥੇ ਕੋਟ ਕਹਾਂਗਾ, ਉਹ ਕਹਿੰਦੇ ਜੀ ਜ਼ਿੰਦਗੀ ਇੱਕ ਬਾਈਸਾਈਕਲ ਦੀ ਤਰ੍ਹਾਂ ਹੈ, ਬਸ ਚਲਦੇ ਰਹੋ ਵਰਨਾ ਗਿਰ ਜਾਓਗੇ। ਚਲਦੇ ਰਹਿਣਾ ਚਾਹੀਦਾ ਹੈ ਵਰਨਾ ਬਾਈਸਾਈਕਲ ਗਿਰ ਜਾਏਗੀ। ਸੋ ਐਲਬਰਟ ਆਇਨਸਟਾਈਨ ਦੀ ਗੱਲ ਨੂੰ ਤੁਸੀਂ ਸਹੀ ਲਾਗੂ ਕੀਤਾ ਹੋਇਆ ਹੈ। ਜਦੋਂ ਵੀ ਇਹਨਾਂ ਦੇ ਨਾਲ ਮਿਲਦੇ ਹਾਂ ਕਿ ਹਾਂਜੀ ਕੋਈ ਨਾ ਕੋਈ ਨਵੇਂ ਪ੍ਰੋਜੈਕਟਸ, ਅਸੀਂ ਕੈਲਗਰੀ 'ਚ ਆਫਿਸ ਖੋਲ੍ਹਤਾ, ਅਸੀਂ ਹੁਣ US ਵਿੱਚ ਆਪਰੇਸ਼ਨ ਸਟਾਰਟ ਕਰ ਰਹੇ ਹਾਂ, ਅਸੀਂ ਇੰਡੀਆ 'ਚ ਕਰ ਰਹੇ ਹਾਂ, ਹਮੇਸ਼ਾ ਚੱਲਦੇ ਰਹਿੰਦੇ ਆ। ਰਮਨ ਜੀ ਦੇ ਨਾਲ ਵੀ ਗੱਲ ਕਰਾਂਗੇ, ਬਟ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਆਵਾਂਗਾ। ਸੋ ਤੁਹਾਡਾ ਤੇ ਪ੍ਰੋਫਾਈਲ ਔਰ ਰੈਜ਼ੂਮੇ ਇੰਨਾ ਚੰਗਾ ਹੈ, ਬਹੁਤ ਵਧੀਆ ਲੱਗਾ। ਇਟਸ ਐਨ ਆਨਰ, ਇਟਸ ਅ ਪ੍ਰਿਵਿਲੇਜ ਟੂ ਹੋਸਟ ਯੂ ਹੇਅਰ। ਸੋ ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਆਪਣੀ ਬੈਕਗਰਾਊਂਡ ਜਾਂ ਕੁਝ ਡਿਟੇਲਸ ਹੋਰ ਜ਼ਰੂਰ ਸ਼ੇਅਰ ਕਰੋ ਸਰ। ਮੈਂ ਇੱਕ ਆਰਡੀਨਰੀ ਫੈਮਿਲੀ ਤੋਂ, ਮੇਰੇ ਫਾਦਰ ਡਿਸਟ੍ਰਿਕਟ ਅਕਾਊਂਟਸ ਆਫਿਸਰ ਸੀਗੇ, ਬਟ ਆਈ ਲੌਸਟ ਹਿਮ ਅਨਫੋਰਚੂਨੇਟਲੀ ਵੈਨ ਆਈ ਵਾਸ ਜਸਟ 16 years of age. After his death only I got admission. मेरा एडमिशन होया मेडिकल कॉलेज रोहतक। मैं मेडिकल कॉलेज रोहतक एडमिशन करके रोहतक ही शिफ्ट हो गया। और ਉਹਦੇ ਬਾਅਦ ਫਿਰ ਮੇਰੇ ਕੋਲ ਫੀਸ ਦੇਣ ਦੇ ਪੈਸੇ ਨਹੀਂ ਸੀਗੇ। ਫਿਰ ਮੈਂ ਕੋਈ ਕੰਮ ਢੂੰਡਿਆ। ਉਹ ਕੰਮ ਇਹ ਨਿਕਲਿਆ ਕਿ ਵੀ ਰੇਡੀਓ ਸਟੇਸ਼ਨ ਤੇ ਕੰਪੇਅਰ ਲੈ ਰਹੇ। ਅੱਛਾ। ਤੇ ਮੈਂ ਆਡੀਸ਼ਨ ਦੇਣ ਚਲਾ ਗਿਆ ਐਂਡ ਟੂ ਮਾਈ ਸਰਪ੍ਰਾਈਜ਼ ਆਈ ਵਾਸ ਸਿਲੈਕਟਡ। ਮੈਂ ਸਿਲੈਕਟ ਹੋ ਗਿਆ ਤੇ ਉਹਨਾਂ ਦਾ ਇੱਕ ਇੰਗਲਿਸ਼ ਸ਼ੁਭਾ ਸੰਸਾਰ ਆਉਂਦਾ ਸੀਗਾ, ਉਹਦੇ ਚੋਂ 30 ਰੁਪਏ ਦਿੰਦਾ ਸੀ ਸਰ ਇੱਕ ਸੋਮਵਾਰ ਦੇ ਉਹਨਾਂ ਦਿਨਾਂ 'ਚ। ਆਈ ਐਮ ਟਾਕਿੰਗ ਆਫ 1980। ਠੀਕ ਹੈ। ਤੇ 5 ਸੋਮਵਾਰ ਜੇ ਕਦੀ ਮੇਰੀ ਕਿਸਮਤ ਹੁੰਦੀ ਸੀ ਤਾਂ 150 ਰੁਪਏ, ਨਹੀਂ ਤਾਂ 120 ਰੁਪਏ ਮਿਲ ਜਾਂਦੇ ਸੀਗੇ।
ਉਹਨਾਂ ਕਰਕੇ ਫਿਰ ਮੈਂ ਆਪਣੀ ਫੀਸ ਜਮ੍ਹਾਂ ਕਰਾਂਦਾ, ਆਪਣੀ ਮੈਸ ਦੇ ਪੈਸੇ ਦਿੰਦਾ, ਐਂਡ ਦੈਟਸ ਹਾਊ ਆਈ ਬਿਕੇਮ ਅ ਡਾਕਟਰ। ਐਂਡ ਦੈਨ ਆਈ ਡਿਡ ਮਾਈ MS, ਮੈਂ ਆਪਣੀ MS ਪੂਰੀ ਕੀਤੀ। ਫਿਰ ਮੇਰੇ ਫਾਦਰ ਦੇ ਲਾਸਟ ਵਰਡ ਸੀਗੇ, ਬਿਕੋਜ਼ ਹੀ ਡਾਈਡ, ਬਿਕੋਜ਼ ਉਸ ਟਾਈਮ ਹੈਲਥ ਫੈਸਿਲਿਟੀ ਉਹਨਾਂ ਨੂੰ ਉਸ ਟਾਈਮ ਨਹੀਂ ਮਿਲ ਪਾਈ। ਮਤਲਬ ਵੀ ਟਰਾਈਡ ਆਰ ਲੈਵਲ ਬੈਸਟ, ਬਟ ਐਂਬੂਲੈਂਸ ਵੀ ਘਰ ਤੱਕ ਨਹੀਂ ਪਹੁੰਚ ਪਾਈ। ਤਾਂ ਉਹਨਾਂ ਦਾ ਇਹ ਸੀਗੇ ਲਾਸਟ ਵਰਡਸ ਕਿ ਵੀ ਜਿੰਨੇ ਗਰੀਬ ਹੋਣਗੇ ਤੂੰ ਉਹਨਾਂ ਦੀ ਸੇਵਾ ਕਰੇਗਾ, ਡਾਕਟਰ ਤਾਂ ਬਣੇਗਾ। ਐਂਡ ਦੈਨ ਆਈ ਹੈਡ ਨੰਬਰ ਆਫ ਓਪਰਚੁਨਿਟੀਜ਼ ਟੂ ਮੂਵ ਅਕ੍ਰੋਸ ਟੂ ਕਾਰਪੋਰੇਟਸ ਵਗੈਰਾ ਵੀ ਮੈਂ ਜਾ ਸਕਦਾ ਸੀਗਾ, ਮੈਂ ਬਾਹਰ ਵੀ ਜਾ ਸਕਦਾ ਸੀਗਾ, ਬਟ ਆਈ ਸਟਕ ਟੂ ਮਾਈ ਫਾਦਰਸ ਵਰਡ ਐਂਡ ਆਈ ਸਟਾਰਟਿਡ ਚੈਰੀਟੇਬਲ ਹਸਪੀਟਲ। ਔਰ ਉਸ ਚੈਰੀਟੇਬਲ ਹਸਪੀਟਲ 'ਚ ਮੈਂ 29 ਸਾਲ ਕੰਮ ਕਰਕੇ ਉਹਨੂੰ ਯੂਨੀਵਰਸਿਟੀ ਬਣਾਇਆ ਪੂਰੇ ਦਾ ਪੂਰਾ, ਔਰ ਉਹਦੇ 'ਚ ਫਿਰ ਮੈਂ ਕੰਮ ਕਰਦਾ ਰਿਹਾ। that was my journey। ਔਰ ਦੂਜੀ ਜਰਨੀ ਜਦੋਂ ਮੇਰੀ ਚੇਂਜ ਹੋਈ ਕਿ ਇੱਕ ਦਿਨ ਐਵੇਂ ਹੀ ਕਿਸੇ ਨੇ ਮੈਨੂੰ ਪੁੱਛ ਲਿਆ, ਕਹਿੰਦਾ ਡਾਕਟਰ ਸਾਹਿਬ ਸਿਰਫ ਅੰਨਿਆਂ ਦਾ ਇਲਾਜ ਕਰਦੇ ਹੋ, ਇਹ ਤਾਂ 1 ਤੋਂ 2% ਹੈ, ਜਿਹੜੇ ਅੱਖ ਵਾਲੇ ਅੰਨੇ ਹੈ ਉਹਨਾਂ ਦਾ ਕੀ? that day I thought ਕਿ it's a very valid question ਕਿ ਵੀ ਤੂੰ ਤਾਂ ਐਵੇਂ ਹੀ ਇੰਨੇ 29 ਸਾਲ ਕੱਢਤੇ, ਨਾਲ ਥੋੜਾ ਧਿਆਨ ਇੱਧਰ ਵੀ ਦੇਣਾ ਚਾਹੀਦਾ। So that's how my journey towards spirituality and inward journey started, and then I started lecturing on it also। ਫਿਰ ਇੱਦਾਂ ਕਰਦੇ ਬਿਕੋਜ਼ ਮੈਂ ਜਿੱਥੇ ਚੈਰੀਟੇਬਲ ਹਸਪੀਟਲ 'ਚ ਸੀਗਾ ਨਾਲ ਉੱਥੇ ਪੂਰੀ ਯੂਨੀਵਰਸਿਟੀ ਬਣਾਈ। ਵੰਸ ਆਈ ਮੇਡ ਅਪ ਮਾਈ ਮਾਈਂਡ ਟੂ ਲੀਵ ਦੈਟ ਪਲੇਸ, ਤਾਂ ਚੀਫ ਮਿਨਿਸਟਰ ਸਰ ਨੇ ਮੈਨੂੰ ਆਫਰ ਕੀਤਾ ਕਿ ਵੀ ਇੱਕ ਨਵੀਂ ਯੂਨੀਵਰਸਿਟੀ ਅਸੀਂ ਬਣਾਉਣਾ ਚਾਹੁੰਦੇ ਹਾਂ, ਵਿਲ ਯੂ ਗਿਵ ਸਮ ਟਾਈਮ? ਆਈ ਸੈਡ ਮੈਂ ਟਾਈਮ ਦਿਆਂਗਾ, ਪਰ ਮੈਂ ਆਪਣਾ ਸਵੇਰੇ ਪੇਸ਼ੈਂਟਸ ਜ਼ਰੂਰ ਦੇਖਾਂਗਾ। ਐਂਡ ਹੀ ਵਾਸ ਕਾਈਂਡ ਇਨਫ ਕਿ ਉਹਨਾਂ ਨੇ ਮੇਰੀ ਰਿਕੁਐਸਟ ਨੂੰ ਮੰਨਿਆ। 4 ਸਾਲ ਮੈਂ ਗੁਰੂਗ੍ਰਾਮ ਯੂਨੀਵਰਸਿਟੀ ਦਾ ਐਜ਼ ਫਾਊਂਡਰ ਵਾਈਸ ਚਾਂਸਲਰ ਕੰਮ ਕੀਤਾ, and now after finishing that job I am back to my practice। ਵਾਓ, ਵੈਰੀ ਨਾਈਸ, ਵੈਰੀ ਨਾਈਸ। ਅੱਜ ਤੁਹਾਡਾ, ਕਿਉਂਕਿ ਤੁਸੀਂ ਇੰਨੀਆਂ ਬੁੱਕਸ ਲਿਖੀਆਂ ਹੈਗੀਆਂ ਔਰ ਸ਼੍ਰੀ ਭਗਵਦ ਗੀਤਾ ਜੀ ਦੇ ਉੱਤੇ ਤੁਹਾਡੀ ਇੰਨੀ ਜ਼ਿਆਦਾ ਰਿਸਰਚ ਹੈ, ਸੋ ਉਹਦਾ ਅਸੀਂ ਫਾਇਦਾ ਲਵਾਂਗੇ। ਮੈਂ ਰਮਨ ਜੀ ਤੁਹਾਡੇ ਵੱਲ ਆਉਣਾ ਚਾਹਾਂਗਾ, ਕਿਉਂਕਿ ਤੁਸੀਂ ਕੁਛ ਨਾ ਕੁਛ ਕਰਦੇ ਰਹਿੰਦੇ ਹੋ। ਸੋ ਕਿਆ ਇਹ ਕਰਨਾ ਹੀ ਪਰਪਸ ਆਫ ਲਾਈਫ ਹੈ, ਜਾਂ ਤੁਸੀਂ ਕੀ ਸਮਝਦੇ ਹੋ? ਫਿਰ ਅਸੀਂ ਡਾਕਟਰ ਸਾਹਿਬ ਵੱਲ ਵੀ ਵਧਾਂਗੇ। ਵਾਟ ਇਜ਼ ਦਾ ਪਰਪਸ ਆਫ ਲਾਈਫ? ਜ਼ਿੰਦਗੀ ਦਾ ਮਕਸਦ ਕੀ ਹੈ ਤੁਹਾਡੇ ਮੁਤਾਬਿਕ? ਜੀ ਯੁਧਵੀਰ ਜੀ, ਮੇਰਾ ਇਹ ਮੰਨਣਾ ਹੈ, ਮੈਂ ਹਾਲਾਂਕਿ ਮੈਂ ਇਹ ਕਹਿ ਸਕਦਾ ਕਿ ਡਾਕਟਰ ਸਾਹਿਬ ਦੇ ਸਾਹਮਣੇ ਮੈਂ ਇੰਨਾ ਕੁਆਲੀਫਾਈਡ ਨਹੀਂ ਹੈਗਾ, ਜਾਂ ਮੈਂ ਤਾਂ ਮਤਲਬ ਇੱਕ ਬੜਾ ਛੋਟੀ ਜਿਹੀ ਚੀਜ਼ ਹੈਗਾ ਇਸ ਬਾਰੇ ਤੇ ਕਮੈਂਟ ਕਰਨ ਨੂੰ ਵੀ, ਪਰ ਮੈਂ ਜੋ ਵੀ ਮੈਂ ਥੋੜ੍ਹਾ ਬਹੁਤ ਸਿੱਖਿਆ ਹੈਗਾ, ਮੈਂ ਇਹ ਮੰਨਦਾ ਕਿ ਸਾਡੀ ਲਾਈਫ ਦੇ ਪਰਪਸ ਪਹਿਲੀ ਗੱਲ ਅਸੀਂ ਆਪ ਡਿਫਾਈਨ ਕਰਨਾ ਪੈਂਦਾ ਹੈਗਾ। ਹਰ ਆਦਮੀ ਆਪਣੀ ਸਟੇਜ ਦੇ ਹਿਸਾਬ ਨਾਲ, ਲਾਈਫ ਦੇ ਹਿਸਾਬ ਨਾਲ ਪਰਪਸ ਡਿਜ਼ਾਈਨ ਕਰਦਾ ਹੈ। ਯੁਧਵੀਰ ਜੀ, ਇੱਕ ਟਾਈਮ ਮੇਰਾ ਪਰਪਸ ਸੀਗਾ ਪੈਸੇ ਬਣਾਉਣਾ, ਠੀਕ ਹੈ। ਜਿਵੇਂ ਮੈਂ ਅੱਗੇ ਲਾਈਫ ਦੇ ਵਿੱਚ ਵੱਧਦਾ ਗਿਆ, ਮੈਨੂੰ ਇਹ ਸਮਝ ਆਇਆ ਕਿ ਇਹ ਲਾਈਫ ਦਾ ਰੀਅਲ ਪਰਪਸ ਨਹੀਂ ਹੈ। ਫਿਰ ਉਸ ਤੋਂ ਬਾਅਦ ਜਿਹੜਾ ਪਰਪਸ ਡਿਫਾਈਨ ਹੋਇਆ ਉਹ ਹੋਇਆ ਕਿ ਅਸੀਂ ਕਿਵੇਂ ਦੂਜੇ ਬੰਦਿਆਂ ਦੀ ਸਕਸੈਸ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ। ਜਦੋਂ ਮੈਂ ਉਸ ਪਰਪਸ ਤੇ ਕੰਮ ਕਰ ਰਿਹਾ ਸੀਗਾ, ਫਿਰ ਮੈਨੂੰ ਲਾਈਫ ਦਾ ਪਰਪਸ ਇਹ ਮਿਲਿਆ ਕਿ ਸਾਡੀ ਲਾਈਫ ਦਾ ਪਰਪਸ ਹੈ ਸਿੱਖਣਾ। ਅਸੀਂ ਸਿੱਖ ਕਿਵੇਂ ਸਕਦੇ ਹਾਂ? ਸੋ ਮੈਂ ਫਿਰ ਹੌਲੀ ਕਰਦੇ ਇੱਕ ਚੀਜ਼ ਤੇ ਫਰਮ ਹੋਇਆ ਕਿ ਜ਼ਿੰਦਗੀ ਦੇ 4 ਐਸਪੈਕਟ ਹੈਗੇ ਆ। ਸਭ ਤੋਂ ਪਹਿਲਾਂ ਸਾਡਾ ਇੱਕ ਪਰਸਨਲ ਐਸਪੈਕਟ ਕਿ ਅਸੀਂ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਬਣਾਉਣਾ। ਦੂਜਾ ਹੈਗਾ ਜੀ ਪ੍ਰੋਫੈਸ਼ਨਲ ਐਸਪੈਕਟ ਕਿ ਅਸੀਂ ਜਿਹੜਾ ਵੀ ਕੰਮ ਕਰ ਰਹੇ ਹਾਂ, ਜਿਹੜੀ ਵੀ ਚੀਜ਼ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕੁਦਰਤ ਵੱਲੋਂ, ਭਗਵਾਨ ਵੱਲੋਂ, ਅੱਲਾ ਜਿਹਨੂੰ ਵੀ ਅਸੀਂ ਮੰਨਦੇ ਹਾਂ, ਅਸੀਂ ਉਹਨੂੰ ਬੈਸਟ ਟੂ ਬੈਸਟ ਕਰਨਾ ਹੈਗਾ। ਤੀਜਾ ਐਸਪੈਕਟ ਹੈਗਾ ਫਾਈਨੈਂਸ਼ੀਅਲ, ਜਿਹੜਾ ਅੱਜ ਕੱਲ੍ਹ ਕਾਫੀ ਜ਼ਿਆਦਾ ਡੋਮੀਨੇਟ ਕਰ ਜਾਂਦਾ, ਪਰ ਮੈਂ ਉਹਨੂੰ ਤੀਜੇ ਨੰਬਰ ਤੇ ਰੱਖਦਾ ਹੈਗਾ। ਤੇ ਚੌਥਾ ਜਿਹੜਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਹਿਸਾਬ ਨਾਲ, ਕਿਉਂਕਿ ਕੁਝ ਲਾਈਫ ਇੱਦਾਂ ਦੀ ਬਣੀ ਹੋਈ ਹੈ ਕਿ ਅਸੀਂ ਉਹਨੂੰ ਸ਼ਾਇਦ ਕਈ ਵਾਰੀ ਇਗਨੋਰ ਕਰ ਜਾਂਦੇ ਹਾਂ, ਪਰ ਮੈਂ ਇਹ ਮੰਨਦਾ ਕਿ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਐਸਪੈਕਟ ਹੈ, ਉਹ ਹੈ ਸਪਿਰਿਚੁਅਲ ਐਸਪੈਕਟ। ਸੋ ਇਹਨਾਂ ਚਾਰੋਂ ਐਸਪੈਕਟ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਕੱਲ ਤੋਂ ਅੱਜ ਬੈਟਰ ਬਣਾ ਸਕਦੇ ਹਾਂ। ਸ਼ਾਇਦ ਇਹ ਮੇਰੇ ਹਿਸਾਬ ਨਾਲ ਥੋੜਾ ਜਿਹਾ ਜਿਹੜਾ ਮੈਨੂੰ ਸਮਝ ਆਈ, ਮੈਨੂੰ ਇਹ ਲੱਗਦਾ ਕਿ ਇਹ ਪਰਪਸ ਹੈਗਾ ਲਾਈਫ ਦਾ ਕਿ ਅਸੀਂ ਸਿੱਖਦੇ ਰਹੀਏ ਔਰ ਆਪਣੇ ਆਪ ਨੂੰ ਬਿਹਤਰ ਬਣਾਉਂਦੇ ਰਹੀਏ। ਬਾਕੀ ਜ਼ਿਆਦਾ ਡਾਕਟਰ ਸਾਹਿਬ ਇਸ ਗੱਲ ਤੇ ਹੋਰ ਕਮੈਂਟ ਕਰਨਗੇ, ਹੋਰ ਇਸ ਨੂੰ ਡੀਪ ਤੇ ਲੈ ਜਾਣਗੇ। ਬੜੇ ਵਧੀਆ ਤੁਹਾਡੇ ਚਾਰੋਂ ਪੁਆਇੰਟਸ ਨੇ, ਲੇਕਿਨ ਜਿਹੜਾ ਲਰਨਿੰਗ ਦਾ ਪੁਆਇੰਟ ਹੈ ਮੈਨੂੰ ਸਾਰੇ ਬੜੇ ਅਟਰੈਕਟਿਵ ਲੱਗੇ ਨੇ, ਬਟ ਲਰਨਿੰਗ ਦਾ ਪੁਆਇੰਟ ਖਾਸ ਕਰ ਸਾਡੇ ਜਰਨਲਿਜ਼ਮ ਦੇ ਵਿੱਚ ਅਸੀਂ ਇਹੀ ਕਹਿੰਦੇ ਹਾਂ, ਰੋਜ਼ ਪੜ੍ਹੀ ਜਾਓ, ਰੋਜ਼ ਲਰਨ ਕਰੋ, ਰੀਡ ਲਰਨ। ਬਹੁਤ ਵਧੀਆ ਲੱਗਾ ਡਾਕਟਰ ਸਾਹਿਬ। ਸ਼੍ਰੀ ਭਗਵਦ ਗੀਤਾ ਜੀ, ਅਰਜੁਨ ਜੀ ਦੇ ਸਵਾਲ ਹੈਗੇ ਨੇ। ਅਸੀਂ ਅਰਜੁਨ ਤੇ ਨਹੀਂ ਹੈ, ਪਰ ਅਸੀਂ ਵੀ ਛੋਟੇ ਜਿਹੇ ਮਤਲਬ ਕਹਿ ਲਓ ਪੱਤਰਕਾਰ ਹੈ, ਸੋ ਤੁਹਾਡੇ ਕੋਲੋਂ ਪੁੱਛਾਂਗੇ। ਸ਼੍ਰੀ ਅਰਜੁਨ ਤਾਂ ਸਿਰਫ ਸਰ ਇੱਕ ਮੀਡੀਆ ਹੈ। ਜੀ ਅਰਜੁਨ ਇੱਕ ਮਾਧਿਅਮ ਹੈ, ਠੀਕ ਹੈ। ਉਹਦੇ ਥਰੂ ਸਵਾਲ ਤਾਂ ਉਹੀ ਹੈ ਜਿਹੜੇ ਸਾਡੇ ਮਨ ਚ ਆਉਂਦੇ, ਬਿਲਕੁਲ। ਔਰ ਸ਼੍ਰੀ ਭਗਵਦ ਗੀਤਾ ਜੀ ਦਾ ਰੈਫਰੈਂਸ ਲੈਂਦਿਆਂ ਹੋਇਆ ਜੀ, ਸ਼੍ਰੀ ਭਗਵਦ ਗੀਤਾ ਕੀ ਲਿਖਦੇ ਨੇ? ਉਹ ਕੀ ਲਿਖਿਆ ਹੋਇਆ? ਜ਼ਿੰਦਗੀ ਦਾ ਕੀ ਮਕਸਦ ਹੈ? ਵਾਟ ਇਜ਼ ਦਾ ਪਰਪਸ ਆਫ ਲਾਈਫ? ਸਰ ਜਿਵੇਂ ਰਮਨ ਜੀ ਨੇ ਕਿਹਾ, ਪਰਪਸ ਤਾਂ ਇੱਕੋ ਹੀ ਹੈ ਵੈਸੇ ਲਾਈਫ ਦਾ, ਦੈਟ ਇਜ਼ ਸੈਲਫ ਰਿਅਲਾਈਜ਼ੇਸ਼ਨ। ਅੱਛਾ, ਦੈਟਸ ਦਾ ਓਨਲੀ ਪਰਪਸ। ਸਾਡੇ ਵਿੱਚ ਏਮਸ ਆਬਜੈਕਟਿਵਸ ਥੋੜੇ ਹੋ ਸਕਦੇ ਹੈ, ਡਿਫਰੈਂਟ ਹੋਣ, ਕਿ ਕਦੇ ਮੈਨੂੰ ਹੋ ਸਕਦਾ ਪੈਸਾ ਹੋਏ, ਫਿਰ ਮੈਨੂੰ ਸਮਝ ਆਉਂਦੀ ਹੈ ਵੀ ਪੈਸਾ ਸਭ ਕੁਝ ਨਹੀਂ ਹੈ ਨਾ। ਫਿਰ ਮੈਨੂੰ ਸਮਝ ਆਉਂਦੀ ਹੈ ਕਿ ਵੀ ਕੋਈ ਮੈਨੂੰ ਮੰਨ ਲਓ ਪੋਜੀਸ਼ਨ ਮਿਲ ਗਈ, ਕੋਈ ਪਦ ਦੀ ਕੋਈ ਇੰਨੀ ਇੰਪੋਰਟੈਂਸ ਨਹੀਂ ਹੈ। ਫਿਰ ਮੈਨੂੰ ਕੋਈ ਫੇਮ ਮਿਲ ਗਿਆ, ਫਿਰ ਥੋੜੇ ਦਿਨਾਂ ਬਾਅਦ ਸਮਝ ਆਉਂਦੀ ਹੈ ਵੀ ਫੇਮ ਵੀ ਕੁਝ ਨਹੀਂ ਹੈ।
ਬਟ ਦੈਨ ਵਨ ਰਿਅਲਾਈਜ਼ਸ ਜਦੋਂ ਇਨਵਰਡ ਜਰਨੀ ਤੇ ਆਦਮੀ ਜਾਂਦਾ ਹੈ, ਇਹ ਆਊਟਵਰਡ ਜਰਨੀ ਦੀਆਂ ਸਾਰੀਆਂ ਚੀਜ਼ਾਂ ਹੈ ਕਿ ਵੀ ਪੈਸਾ ਮਿਲਣਾ, ਪਦ ਮਿਲਣਾ, ਪ੍ਰਤਿਸ਼ਠਾ ਮਿਲਣਾ, ਇਹ ਸਾਰੀ ਆਊਟਰ ਜਰਨੀ ਹੈ। ਬਟ ਦੈਨ ਵਨ ਰਿਅਲਾਈਜ਼ਸ ਆਫਟਰ ਦਿਸ ਕਿ ਦੇਰ ਇਜ਼ ਸਮਥਿੰਗ ਕਾਲਡ ਇਨਰ ਜਰਨੀ ਆਲਸੋ। ਉਹ ਇਨਰ ਜਰਨੀ ਭਗਵਤ ਗੀਤਾ ਸਾਨੂੰ ਲੈ ਕੇ ਜਾਂਦੀ ਹੈ। ਔਰ ਅਰਜੁਨ ਦੇ ਸਵਾਲ ਜ਼ਰੂਰ ਹੈ, ਬਟ ਅਰਜੁਨ ਨੂੰ ਜਿਹੜਾ ਪਰਪਸ, ਕਿਉਂਕਿ ਦੇਖੋ ਅਰਜੁਨ ਨੇ ਉਦੋਂ ਹਥਿਆਰ ਪਾਏ ਜਦੋਂ ਸਭ ਤੋਂ ਵੱਡਾ ਯੁੱਧ ਉਹਦੀ ਜ਼ਿੰਦਗੀ ਦਾ ਉਹਦੇ ਸਾਹਮਣੇ ਸੀਗਾ। ਉਹਨੇ ਇਸ ਤੋਂ ਪਹਿਲਾਂ ਬੜੇ ਯੁੱਧ ਲੜੇ, ਗਾਜਰ ਮੂਲੀ ਦੀ ਤਰ੍ਹਾਂ ਲੋਕ ਕੱਟੇ, ਬਟ ਜਦੋਂ ਸਭ ਤੋਂ ਵੱਡਾ ਯੁੱਧ ਉਹਦੇ ਸਾਹਮਣੇ ਆਇਆ ਉਦੋਂ ਉਹ ਆਪਣੀ ਅਟੈਚਮੈਂਟ ਦੇ ਕਾਰਨ ਆਪਣਾ ਗਾਂਡੀਵ, ਆਪਣਾ ਸਾਰੇ ਅਸਤਰ ਸ਼ਸਤਰ ਰੱਖ ਕੇ ਬਹਿ ਗਿਆ। ਹੁਣ ਭਗਵਾਨ ਕ੍ਰਿਸ਼ਨ ਕੀ ਕਰਦੇ ਹੈ? ਭਗਵਾਨ ਕ੍ਰਿਸ਼ਨ ਉਹਨੂੰ ਆਪਣਾ ਕਰਮ ਯਾਦ ਕਰਾਉਂਦੇ, ਔਰ ਉਹ ਕਰਮ ਯਾਦ ਕਰਾਉਣ 'ਚ ਉਹਨੂੰ ਉਹ ਸਾਰੇ ਸੰਦੇਸ਼ ਦਿੰਦੇ ਹਨ ਜਿਹੜੇ ਇੱਕ ਆਦਮੀ ਨੂੰ ਆਪਣੀ ਲਾਈਫ 'ਚ ਅਪਣਾਉਣੇ ਚਾਹੀਦੇ, ਚਾਹੇ ਉਹ ਭਗਤੀ ਦਾ ਹੋਏ, ਚਾਹੇ ਉਹ ਧਿਆਨ ਦਾ ਹੋਏ, ਚਾਹੇ ਕਰਮ ਨੂੰ ਧਰਮ ਸਮਝਣ ਦਾ ਹੋਏ। ਉਹ ਸਾਰਾ ਕਰਦੇ ਕਰਦੇ ਅਲਟੀਮੇਟਲੀ ਲਿਆ ਕੇ ਅਰਜੁਨ ਨੂੰ ਫਿਰ ਖੜਾ ਕਰ ਦਿੰਦੇ, ਔਰ ਅਰਜੁਨ ਆਪਣੇ ਮੂੰਹ ਕਹਿ ਦਿੰਦਾ ਕਿ ਨਸ਼ਟੋ ਮੋਹ, ਮੇਰਾ ਹੁਣ ਮੋਹ ਨਸ਼ਟ ਹੋ ਗਿਆ। ਸਮ੍ਰਿਤੀ ਲਬਦਾ, ਆਈ ਹੈਵ ਗੇਨਡ ਮਾਈ ਮੈਮਰੀਜ਼, ਗਤ ਸੰਦੇਹਾ, ਮਾਈ ਸਸਪੀਸ਼ਨਸ ਆਰ ਗੋਨ, ਐਂਡ ਨਾਓ ਆਈ ਐਮ ਰੈਡੀ ਟੂ ਐਕਟ ਅਪਨ योर orders. So that is what the transformation. It is not about a change. Bhagavad Gita is in fact, it revolutionizes your life. It transforms your life from a normal human being to superhuman being. ਤੁਸੀਂ ਆਇਨਸਟਾਈਨ ਦੀ ਗੱਲ ਕੀਤੀ, ਆਇਨਸਟਾਈਨ ਨੇ ਆਪਣੀ ਲਾਈਫ ਦੇ ਬਾਰੇ ਕਿਹਾ ਕਿ ਜੇ ਮੈਂ ਲਾਈਫ ਆਪਣੀ ਯੰਗ ਏਜ ਭਗਵਤ ਗੀਤਾ ਪੜ੍ਹ ਲੈਂਦਾ ਤਾਂ ਸ਼ਾਇਦ ਮੇਰੀ ਲਾਈਫ ਕੁਝ ਹੋਰ ਹੁੰਦੀ। This is what Albert Einstein has said. ਸ਼੍ਰੀ ਭਗਵਤ ਗੀਤਾ ਜੀ ਦੇ ਬਾਰੇ, ਭਗਵਤ ਗੀਤਾ ਦੇ ਬਾਰੇ। ਅੱਛਾ। ਐਂਡ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਕਿ ਜਿੰਨੇ ਵੱਡੇ ਨਿਊਕਲੀਅਰ ਫਿਜ਼ਿਸਿਸਟ ਹੋਏ ਹੈ, ਨਿਊਕਲੀਅਰ ਸਾਇੰਟਿਸਟ ਹੋਏ ਹੈ, ਉਹਨਾਂ ਨੇ ਅਲਟੀਮੇਟਲੀ ਸਾਰਿਆਂ ਨੇ ਭਗਵਤ ਗੀਤਾ ਪੜ੍ਹੀ ਹੈ। ਓਪਨਹਾਈਮਰ, ਜਿਹਨੂੰ ਅਸੀਂ ਕਹਿੰਦੇ ਹਾਂ ਟ੍ਰਿਨਿਟੀ ਬਲਾਸਟ, ਜਿਹਨੇ ਸਭ ਤੋਂ ਪਹਿਲੀ ਵਾਰੀ 1942 'ਚ ਇੱਥੇ ਟੈਸਟ ਕੀਤਾ, ਨਿਊਕਲੀਅਰ ਟੈਸਟ ਪਹਿਲਾਂ ਕੀਤਾ, ਬਾਅਦ 'ਚ ਹਿਰੋਸ਼ੀਮਾ ਨਾਗਾਸਾਕੀ ਤੇ ਅਟੈਕ ਹੋਇਆ। ਉਹਨੇ ਪਹਿਲਾਂ ਸੰਸਕ੍ਰਿਤ ਪੜ੍ਹੀ ਬਿਕੋਜ਼ ਹੀ ਕੇਮ ਟੂ ਨੋ ਕਿ ਭਗਵਤ ਗੀਤਾ 'ਚ ਐਸਾ ਸਭ ਕੁਝ ਹੈ ਜੋ ਅਸੀਂ ਨਿਊਕਲੀਅਰ ਬਲਾਸਟ ਦੇ ਬਾਅਦ ਕਰਾਂਗੇ। ਬਿਕੋਜ਼ ਉਹਨੇ ਇਹ ਕਿਹਾ ਕਿ ਵੀ ਜਿੰਨਾ ਇਹਦੇ 'ਚੋਂ ਪ੍ਰਕਾਸ਼ ਨਿਕਲੇਗਾ, ਭਗਵਾਨ ਨੇ ਪਹਿਲਾਂ ਹੀ ਕਿਹਾ ਹੈ ਕਿ ਦਿਵੀ ਸੂਰਯ ਸਹਸਰस्य, ਕਿ ਹਜ਼ਾਰੋਂ ਸੂਰਿਆ ਦੇ ਬਰਾਬਰ ਮੇਰਾ ਅੰਦਰ ਪ੍ਰਕਾਸ਼ ਹੈ। ਐਂਡ ਇੱਕੋ ਹੀ ਕਿਤਾਬ ਹੈ ਜਿਹਦੇ 'ਚ ਭਗਵਾਨ ਨੇ ਫਿਰ ਇਹ ਕਿਹਾ ਕਿ ਵੀ ਆਈ ਐਮ ਦੀ ਡਿਸਟਰੋਇਰ ਆਲਸੋ, ਇਫ ਆਈ ਐਮ ਦੀ ਕ੍ਰੀਏਟਰ, ਆਈ ਐਮ ਦੀ ਡਿਸਟਰੋਇਰ, ਆਈ ਐਮ ਦੀ ਡੈਥ। ਐਂਡ ਓਪਨਹਾਈਮਰ ਸੇਜ਼ ਕਿ ਆਫਟਰ that blast I also felt that I am the destroyer, but that was my biggest mistake in my life. मैं neither I am a creator nor I am a destroyer. मैं सिर्फ एक tool है जेड़ा उन्हें कहता मैं ओदे ते ही चलांगा. This is what Oppenheimer's. And you see, he never wanted to read कि मेरी ओदे बारे की explanation है, इसे होर दी की explanation है. भगवत गीता is one book ਜਿਹਦੇ ਵਿੱਚ ਮਦਨ ਮੋਹਨ ਮਾਲਵੀਆ ਜੀ ਨੇ ਕਿਹਾ ਕਿ there is a message for every age and which is useful for every civilization. Now Oppenheimer says ਕਿ ਮੈਂ ਕਿਸੇ ਦੀ ਨਹੀਂ ਪੜ੍ਹਨਾ ਚਾਹੁੰਦਾ ਵਿਆਖਿਆ, ਮੈਂ ਆਪਣੀ ਆਪ ਪੜ੍ਹੂੰਗਾ, ਇਸ ਕਰਕੇ ਉਹਨੇ ਸੰਸਕ੍ਰਿਤ ਸਿੱਖੀ। ਔਰ ਤੁਸੀਂ ਇਹ ਦੇਖੋ ਭਗਵਤ ਗੀਤਾ ਦਾ ਅਨੁਵਾਦ ਕਿਹਨੇ ਕੀਤਾ? ਪਹਿਲਾ ਇੰਗਲਿਸ਼ 'ਚ ਜਿਹੜਾ ਟ੍ਰਾਂਸਲੇਸ਼ਨ ਹੋਇਆ ਚਾਰਲਸ ਵਿਲਕਿੰਸ ਨੇ ਕੀਤਾ, ਜਿਹੜਾ ਵਾਰਨ ਹੈਸਟਿੰਗ ਦਾ ਪੀਏ ਸੀਗਾ। बट ही न्यू, उन्होंने बनारस भेजा वारन हेस्टिंग ने। क्यों भेजा कि जा तू संस्कृत सीख के आ, तू पहला भगवत गीता पढ़, यदि ट्रांसलेशन कर, क्योंकि जेड़ा साडा फ्रीडम स्ट्रगल सीगा ਉਹਦੇ 'ਚ ਜਿਹੜੇ ਬੰਦੇ ਦੇ ਹੱਥ ਗੀਤਾ ਆ ਗਈ ਉਹ ਫਾਂਸੀ ਦੇ ਪੰਦੇ ਤੇ ਚੜ ਗਿਆ। ਡੂ ਯੂ ਨੋ ਕਿ ਮਦਨ ਲਾਲ ਢੀਂਗੜਾ ਜਦੋਂ ਫਾਂਸੀ ਤੇ ਚੜੇ ਉਦੋਂ ਗੀਤਾ ਉਹਨਾਂ ਦੇ ਹੱਥ 'ਚ ਸੀ। ਖੁਦੀਰਾਮ ਬੋਸ ਜਿਹੜਾ ਪਹਿਲਾ 19 ਸਾਲ ਦਾ ਮੁੰਡਾ ਸੀਗਾ ਜਿਹੜਾ ਫਾਂਸੀ ਤੇ ਚੜਿਆ, ਉਹਦੇ ਹੱਥ 'ਚ ਸੀ। ਔਰ ਭਗਤ ਸਿੰਘ ਦੇ ਬਾਰੇ ਤਾਂ ਇਹ ਕਹਿੰਦੇ ਆ ਵੀ ਭਗਤ ਸਿੰਘ ਦੇ ਜਦੋਂ ਜਿਹੜੀ ਸਰਚ ਕੀਤੀ ਗਈ, ਸੌਰੀ ਮਦਨ ਲਾਲ ਢੀਂਗੜਾ ਦੇ ਬਾਰੇ, ਕਿ ਜਦੋਂ ਇੰਗਲੈਂਡ 'ਚ ਉਹਨਾਂ ਨੇ ਉਹਦਾ ਕਮਰਾ ਸਰਚ ਕੀਤਾ ਤਾਂ ਉਹਨਾਂ ਨੂੰ 3 ਚੀਜ਼ਾਂ ਮਿਲੀਆਂ ਜਿਹਦੇ 'ਚੋਂ ਇੱਕ ਭਗਵਤ ਗੀਤਾ ਵੀ ਸੀ। ਜੱਜ ਨੇ ਇਹ ਕਿਹਾ ਕਿ ਉਹ ਇਹ ਸਭ ਤੋਂ ਖਤਰਨਾਕ ਮਾਮਲਾ ਹੈ, ਜੇ ਭਗਵਤ ਗੀਤਾ ਪੜ੍ਹਦਾ ਤੇ ਆਪਣੇ ਕਰਤੱਵ ਤੋਂ ਕਦੇ ਵੱਖਰਾ ਨਹੀਂ ਹੋਏਗਾ, ਇਸ ਕਰਕੇ ਇਹਨੂੰ ਛੇਤੀ ਤੋਂ ਛੇਤੀ ਫਾਂਸੀ ਦਿਓ। That is the impact of Bhagavad Gita. And that's why I call it as motivational book. ਸਾਡੇ father of the nation ਨੇ ਕਿਹਾ it is a book of answers.
But मैं कहना it is a book of questions also, because Arjuna has raised all those questions which can arise in anybody's life. ਕਿਸੇ ਦੀ ਵੀ ਲਾਈਫ 'ਚ ਜਿਹੜਾ ਸਵਾਲ ਆ ਸਕਦਾ ਹੈ ਉਹ ਅਰਜੁਨ ਨੇ ਪੁੱਛਿਆ ਉਹਦੇ 'ਚ, ਔਰ ਬੇਸ਼ਰਮੀ ਨਾਲ ਪੁੱਛਿਆ, ਬਾਰ-ਬਾਰ ਪੁੱਛਿਆ, ਬਿਨਾਂ ਸ਼ਰਮ ਦੇ, ਬਿਨਾਂ ਕਿਸੇ ਉਹਦੇ ਕਿ ਵੀ ਮੈਂ ਭਗਵਾਨ ਦੇ ਅੱਗੇ ਖੜਾ, ਫਿਰ ਵੀ ਪੁੱਛਦਾ ਚਲਾ ਗਿਆ। ਉਹਨੂੰ ਇਹ ਵੀ ਨਹੀਂ ਆਇਆ ਕਿ ਵੀ ਭਗਵਾਨ ਕੀ ਸੋਚਣਗੇ ਵੀ ਕੈਸਾ ਹੈ, ਮਤਲਬ ਇਹੋ ਜਿਹਾ ਬੱਚਾ ਹੈ ਜਾਂ ਇਹੋ ਜਿਹਾ ਬੰਦਾ ਹੈ, ਕਿ ਵੀ ਇਹਨੂੰ ਇਹ ਵੀ ਸਵਾਲ ਨਹੀਂ ਪਤਾ। ਬਟ ਅਰਜੁਨ ਨੇ ਕੋਈ ਸ਼ਰਮਾਇਆ ਨਹੀਂ, ਬਿਕੋਜ਼ ਦੇ ਨਿਊ ਇਟ ਕਿ ਵੀ ਇਹ ਸਿਰਫ ਅਰਜੁਨ ਇੱਕ ਮਾਧਿਅਮ ਹੈ, ਇਹਦੇ ਬਾਅਦ ਗੀਤਾ ਦਾ ਸੰਦੇਸ਼ ਸਾਰੇ ਦੀ ਸਾਰੀ ਮੈਨਕਾइंड ਵਾਸਤੇ, ਸਾਰੀ ਮਾਨਵਤਾ ਵਾਸਤੇ ਹੈ। ਔਰ ਇਸ ਕਰਕੇ ਗੀਤਾ ਅੱਜ ਤੋਂ 5000 ਸਾਲ ਪਹਿਲਾਂ ਵੀ ਇੰਪੋਰਟੈਂਟ ਸੀਗੀ, 5000 ਸਾਲ ਬਾਅਦ ਵੀ ਇਹਦੀ ਉਨੀ ਹੀ ਵੈਲਿਊ ਹੈ। ਐਂਡ ਦੈਟ ਇਜ਼ ਵਾਈ ਵੀ ਆਰ ਹੇਅਰ। ਐਂਡ ਤੁਸੀਂ ਇਹ ਦੇਖੋ, ਲੋਕੀ ਕਹਿੰਦੇ ਗੀਤਾ ਹਿੰਦੂਆਂ ਦਾ ਸ਼ਾਸਤਰ ਹੈ। ਇੱਕ ਵੀ ਵਾਰੀ ਗੀਤਾ ਦੇ 700 ਸ਼ਲੋਕਾਂ 'ਚ ਹਿੰਦੂ ਸ਼ਬਦ ਦਾ ਪ੍ਰਯੋਗ ਨਹੀਂ ਹੋਇਆ, ਸਿਰਫ ਮਾਨਵਤਾ ਦਾ ਪ੍ਰਯੋਗ ਹੋਇਆ। ਇਟ ਇਜ਼ ਫॉर ਦੀ ਮੈਨਕਾइंड। ਹਿੰਦੂ ਪੂਜਦੇ ਜ਼ਰੂਰ ਹੈ, ਪਰ ਮੈਨੂੰ ਨਹੀਂ ਪਤਾ ਕਿੰਨਾ ਪੜ੍ਹਦੇ ਆ। ਜਦ ਤੱਕ ਅਸੀਂ ਇਹਨੂੰ ਪੜ੍ਹਾਂਗੇ ਨਹੀਂ, ਜਦ ਤੱਕ ਅਸੀਂ ਇਹਨੂੰ ਗੜਾਂਗੇ ਨਹੀਂ, ਜਦ ਤੱਕ ਅਸੀਂ ਇੱਕ ਇੱਕ ਸ਼ਲੋਕ ਦੇ ਬਾਰੇ, ਲੈਟ ਮੀ ਟੈਲ ਯੂ, ਇਹਦਾ ਜਿਹੜਾ ਪਹਿਲਾ ਹੀ ਸ਼ਲੋਕ ਜੇ ਅਸੀਂ ਲੈ ਲਈਏ, ਧਰਮ ਖੇਤਰੇ ਕੁਰੂਕਸ਼ੇਤਰੇ ਸਮਵੇਤਾ ਯੁਯੁਤਸਵ ਮਾਮਕਾਹ ਪਾਂਡਵਸਚ ਕਿਮ ਕੁਰਵਤ ਸੰਜੇ। ਜੇ ਧ੍ਰਿਤਰਾਸ਼ਟਰ ਸਿਰਫ ਇੱਥੇ ਹੀ ਇੰਨਾ ਫਰਕ ਨਹੀਂ ਕਰਦਾ ਮਾਮਕਾ ਪਾਂਡਵਸਚ, ਆਖਿਰਕਾਰ ਪਾਂਡਵ ਵੀ ਤਾਂ ਉਹਦੇ ਛੋਟੇ ਭਰਾ ਦੇ ਬੇਟੇ ਸੀਗੇ। ਜੇ ਸਿਰਫ ਆਪਣੇ ਪੁੱਤਰ ਔਰ ਪਾਂਡੂ ਦੇ ਪੁੱਤਰ ਨਹੀਂ ਕਹਿੰਦਾ ਔਰ ਇਹ ਕਹਿ ਦਿੰਦਾ ਵੀ ਮੇਰੇ ਹੀ ਸਾਰੇ ਪੁੱਤਰ ਹੈ, ਤਾਂ ਮਹਾਭਾਰਤ ਹੁੰਦੀ ਨਹੀਂ। ਧਰਮ ਖੇਤਰੇ ਕੁਰੂਕਸ਼ੇਤਰੇ, ਜੇ ਅਸੀਂ ਇਹਨੂੰ ਇਹ ਸੋਚ ਲਈਏ ਵੀ ਖੇਤਰੇ ਖੇਤਰੇ ਧਰਮਮ ਕਰੋ, ਵੀ ਜਿਹੜੇ ਜਿਹੜੇ ਖੇਤਰ 'ਚ ਤੁਸੀਂ ਹੋ ਆਪਣੇ ਕੰਮ ਨੂੰ ਧਰਮ ਨਾਲ ਕਰੋ, ਮਤਲਬ ਐਥੀਕਲੀ ਕਰੋ, ਤਾਂ ਗੀਤਾ ਉੱਥੇ ਹੀ ਪੂਰੀ ਹੋ ਜਾਂਦੀ ਹੈ। ਐਂਡ ਜੇ ਤੁਹਾਡਾ ਤੁਸੀਂ ਮੀਡੀਆ 'ਚੋਂ ਜੇ ਤੁਸੀਂ ਆਪਣਾ ਧਰਮ ਨਾਲ ਕੰਮ ਕਰ ਰਹੇ ਹੋ, ਮੈਂ ਡਾਕਟਰ ਹਾਂ, ਮੈਂ ਇਹਦੇ 'ਚ ਕਰ ਰਿਹਾ, ਰੀਅਲ ਏਸਟੇਟ 'ਚ, ਜੇ ਅਸੀਂ ਧਰਮ ਨਾਲ ਆਪਣਾ ਕੰਮ ਕਰ ਰਹੇ ਹਾਂ ਸਾਰੇ ਜਣੇ, ਤਾਂ ਦੀ ਮੈਨਕਾइंड ਵਿਲ ਬੀ ਟੋਟਲੀ ਡਿਫਰੈਂਟ। ਇਸ ਕਰਕੇ ਮੈਂ ਇਹ ਸਮਝਦਾ ਵੀ ਗੀਤਾ ਦਾ ਕੋਈ ਵੀ ਐਸਾ ਸ਼ਲੋਕ, ਤੁਸੀਂ ਇਹ ਦੇਖੋ ਸ਼ੁਰੂ ਹੀ ਗੀਤਾ ਕਿੱਥੋਂ ਹੁੰਦੀ ਹੈ? ਧ੍ਰਿਤਰਾਸ਼ਟਰ ਵਾਚ, ਅੰਧੇ ਆਦਮੀ ਦੀ ਵਿਆਖਿਆ। ਉਹ ਅੰਨਾ ਅੱਖਾਂ ਤੋਂ ਨਹੀਂ ਹੈ, ਉਹ ਆਤਮਾ ਦਾ ਵੀ ਅੰਨਾ ਹੈ। ਜੇ ਆਤਮਾ ਦਾ ਅੰਨਾ ਨਹੀਂ ਹੁੰਦਾ ਤਾਂ ਸ਼ਾਇਦ ਉਹ ਇਹ ਨਹੀਂ ਕਹਿੰਦਾ ਮਾਮਕਾ ਪਾਂਡਵਸਚ, ਸ਼ਾਇਦ ਉਹ ਇਹਨਾਂ ਨੂੰ 5 ਗਾਉਂ ਦੇਣ ਤੇ ਦੁਰਯੋਧਨ ਨੂੰ ਤਿਆਰ ਕਰ ਲੈਂਦਾ, ਪਰ ਨਹੀਂ ਕੀਤਾ, ਕਿਉਂਕਿ ਉਹਦੇ ਮਨ 'ਚ ਇੰਨਾ ਮੋਹ ਸੀ ਆਪਣੇ ਪੁੱਤਰ ਦੇ ਬਾਰੇ ਕਿ ਉਹ ਕੁਝ ਵੀ ਨਹੀਂ ਸੋਚ ਪਾਇਆ, ਬਿਲਕੁਲ ਅੰਧਾ ਹੋ ਗਿਆ। ਅੱਖਾਂ ਨਾਲ ਤਾਂ ਸੀ, ਉਹਦੀ ਆਤਮਾ ਵੀ ਅੰਨੀ ਹੋ ਗਈ। ਔਰ ਗੀਤਾ ਇਹੀ ਚੀਜ਼ ਹੈ ਕਿ ਵੀ ਅੰਨੇ ਆਦਮੀ, ਚਾਹੇ ਉਹ ਅੱਖਾਂ ਦਾ ਅੰਧਾ ਹੈ ਚਾਹੇ ਆਤਮਾ ਦਾ ਅੰਧਾ ਹੈ, ਉਹਨੂੰ ਇੱਕ ਬੰਦਾ ਬਣਾ ਕੇ ਖੜਾ ਕਰ ਦਿੰਦੀ ਹੈ। ਇਹ ਗੀਤਾ ਹੈ। ਸੋ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਹੁਣ, ਮੈਂ ਬਹੁਤ ਵਧੀਆ ਗੱਲਾਂ ਤੁਹਾਡੀਆਂ ਲੱਗ ਰਹੀਆਂ, ਸੋ ਤੁਹਾਡੇ ਮੁਤਾਬਿਕ ਜੇ ਮੈਂ ਮੀਡੀਆ 'ਚ ਹਾਂ ਤਾਂ ਮੇਰਾ ਧਰਮ ਤਾਂ ਫਿਰ ਸਿਰਫ ਜਰਨਲਿਜ਼ਮ ਹੋਇਆ, ਹੋਰ ਕੁਝ ਨਹੀਂ ਹੋਇਆ? ਨਹੀਂ, ਹੋਰ ਕੁਝ ਨਹੀਂ ਦਾ ਸਵਾਲ ਨਹੀਂ ਹੈ। ਅੱਛਾ, ਜਰਨਲਿਜ਼ਮ ਜਦੋਂ ਮੈਂ ਕਰ ਰਿਹਾ ਉਦੋਂ ਮੈਂ ਆਪਣਾ ਧਰਮ ਨਿਭਾਵਾਂ। ਯੂ ਵਿਲ ਹੈਵ, ਯੂ ਸੀ, ਕੋਈ ਵੀ ਬੰਦਾ ਆਪਣੀ ਜ਼ਿੰਦਗੀ 'ਚ ਇੱਕ ਤੇ ਚੀਜ਼ ਤੇ ਸਟਿਕ ਨਹੀਂ ਕਰ ਸਕਦਾ। ਆਖਿਰਕਾਰ ਜਰਨਲਿਜ਼ਮ ਦੇ ਨਾਲ ਤੁਹਾਡੀ ਫੈਮਿਲੀ ਵੀ ਹੈ। ਜੀ ਜੀ ਜੀ। You have a dharma towards your family also. You have a dharma towards your friends also. You have a dharma towards others also. है ना, society ਦੇ ਬਾਰੇ ਵੀ ਸਾਡਾ ਕੁਝ ਧਰਮ ਹੈ। Journalism is one important aspect of your life, but not the only aspect, because every man, ਹਰ ਇੱਕ ਦੀ ਆਪਣੀ ਆਪਣੀ ਦੁਨੀਆ ਹੈ, ਹਰ ਇੱਕ ਦਾ ਆਪਣਾ ਆਪਣਾ ਵਰਡ ਹੈ। ਜੋ ਵੀ ਉਹ ਕਰੇ, ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਚੀਜ਼ ਕਰੇ ਉਹ ਧਰਮ ਨਾਲ ਕਰੇ। ਜੇ ਮੇਰਾ ਪਰਿਵਾਰ ਵੀ, ਜੇ ਮੈਂ ਧਰਮ ਨਾਲ ਆਪਣੇ ਪਰਿਵਾਰ 'ਚ ਨਿਭਾਣਾ, ਤਾਂ ਨੈਚੁਰਲੀ ਧਰਮ ਅੱਗੇ ਰੱਖ ਕੇ ਜੇ ਪਰਿਵਾਰ ਨੂੰ ਚਲਾਵਾਂਗਾ ਤਾਂ ਪਰਿਵਾਰ ਨੂੰ ਠੀਕ ਚਲਾਵਾਂਗਾ, ਐਥੀਕਲੀ ਚਲਾਵਾਂਗਾ। ਜੇ ਧ੍ਰਿਤਰਾਸ਼ਟਰ ਨੇ ਕੀਤਾ ਹੁੰਦਾ ਤਾਂ ਮਹਾਭਾਰਤ ਹੁੰਦੀ ਨਹੀਂ। ਸੋਲ ਜਿਹੜੀ ਹੁੰਦੀ ਆਤਮਾ, ਕਿਉਂਕਿ ਸ਼੍ਰੀ ਭਗਵਦ ਗੀਤਾ 'ਚ ਆਤਮਾ ਦੀ ਬੜੀ ਗੱਲ ਹੋਈ ਹੈ, ਠੀਕ ਹੈ ਜੀ। ਸੋ ਜਿਹੜੀ ਸੋਲ ਹੁੰਦੀ ਆ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਸਾਡੀ ਜਿਹੜੀ ਹੈ ਬੋਡੀ ਹੈ, ਠੀਕ ਹੈ, ਇਹਦੇ ਵਿੱਚ ਤਾਂ ਬੜੇ ਸਾਰੇ ਐਲੀਮੈਂਟਸ ਹੈਗੇ ਨੇ, ਇਹਦੇ 'ਚ ਹਵਾ ਵੀ ਹੈ, ਇਹਦੇ 'ਚ ਪਾਣੀ ਵੀ ਹੈ, ਜੋ ਸਾਡੀ ਬੋਡੀ 5 ਹੈਗੇ, ਉਹ ਸਾਰਾ ਕੁਝ ਸਾਨੂੰ ਇੱਥੇ ਮਿਲ ਜਾਂਦਾ। ਲੇਕਿਨ ਜਿਹੜੀ ਸੋਲ ਹੈ, ਇਹਦਾ ਕੀ ਫੈਬਰਿਕ ਕੀ ਹੈ? ਇਹ ਕਿਸ ਚੀਜ਼ ਦੀ ਬਣੀ ਹੋਈ ਹੈ ਸੋਲ? ਇਟਸ ਆਰ એનર્ਜੀ। ਅੱਛਾ, ਇਟਸ ਆਰ એનર્ਜੀ ਐਂਡ ਦੇ ਹੈਵ ਟੈਸਟਡ ਇਟ ਦੈਟ એનર્ਜੀ, ਸਪੋਜ਼ ਇਲੈਕਟ੍ਰਿਕ ਕਰੰਟ ਜਿਵੇਂ ਹੈਗਾ, ਜੇ ਮੰਨ ਲਓ ਹੁਣ ਇਹਦੇ 'ਚ ਇਲੈਕਟ੍ਰਿਕ ਕਰੰਟ ਆਣਾ ਬੰਦ ਹੋ ਜਾਏ, the lights will not work, they will stop functioning. ठीक है, the equipment stands there itself. Similarly, our body is an equipment, but the current is provided by the soul itself, and the soul is never ending. I was born earlier also, I will be born
later also. Born doesn't mean कि भी I will be born somewhere. Suppose मेरा बेटा है, मेरा बेटी है, they are my rebirths only. अच्छा, They will carry so many characters of mine into them. ठीक है. So it is a kind of a chip. ਤੁਸੀਂ ਇਦਾਂ ਸਮਝ ਲਓ ਵੀ ਚਿਪ ਹੈਗਾ, ਜੇ ਅਸੀਂ ਮੋਬਾਈਲ ਦਾ ਸੈੱਟ ਬਦਲਦੇ ਹਾਂ ਤੇ ਚਿਪ ਦੇ ਨਾਲ ਕਾਫੀ ਸਾਰੀ ਇਨਫੋਰਮੇਸ਼ਨ ਚਲੀ ਜਾਂਦੀ ਹੈ, ਠੀਕ ਹੈ. ਕਾਫੀ ਸਾਰਾ ਡਾਟਾ ਉਹਦੇ ਨਾਲ ਚਲਾ ਜਾਂਦਾ ਹੈ ਨਾ, ਤੇ ਉਹ ਡਾਟਾ ਦੂਸਰੇ ਮੋਬਾਈਲ 'ਚ ਰਿਸਟੋਰ ਹੋ ਜਾਂਦਾ. ਇਦਾਂ ਹੀ ਇਹ ਸੋਲ ਵਾਂਸ ਇਟ ਚੇਂਜਸ ਦੀ ਬੋਡੀ, ਇਟ ਕੈਰੀਜ਼ ਸਮ ਇਨਫੋਰਮੇਸ਼ਨ ਆਫ ਮਾਈ ਪ੍ਰੀਵੀਅਸ ਬਰਥ ਇਨਟੂ ਅ ਨਿਊਅਰ ਬਰਥ ਐਂਡ ਆਈ ਐਮ ਰੀਪਰੋਡਿਊਸਡ ਦੇਅਰ. ਇਹਦਾ ਕੋਈ, ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਹੈ, ਅਸੀਂ ਤਾਂ ਅਰਜੁਨ ਜੀ ਦੀ ਤਰ੍ਹਾਂ ਸਵਾਲ ਹੀ ਪੁੱਛਣੇ ਹੈਗੇ ਆ ਜੀ ਜੀ ਜੀ, ਕਿ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜੇ ਇਹ ਤਾਂ ਸਾਇੰਟੀਫਿਕ ਕੋਈ ਐਵੀਡੈਂਸ ਨਹੀਂ ਮਿਲਦਾ, ਕਿਉਂਕਿ ਇਹ ਅਕਸਰ ਬੜਾ ਸਾਇੰਟੀਫਿਕ ਐਵੀਡੈਂਸ ਕਦੇ ਤਾਂ ਮਿਲ ਵੀ ਨਹੀਂ ਸਕਦਾ ਸਰ. ਅੱਛਾ, ਬਿਕੋਜ਼ ਇਟ ਇਜ਼ ਬਿਯੋਂਡ ਸਾਇੰਸ. ਅੱਛਾ, ਸਾਇੰਸ ਸਿਰਫ ਉਹਨੀਆਂ ਚੀਜ਼ਾਂ ਕਰ ਰਹੀ ਹੈ ਬਿਕੋਜ਼ ਸਾਇੰਸ ਬਿਲੀਵਸ ਇਨ ਰਿਸਰਚ. ਇਟਸ ਅ ਰਿਸਰਚ ਐਂਡ ਸਰਚ ਕਿਹਦੀ ਹੈ? ਸਰਚ ਤਾਂ ਆਲਰੇਡੀ ਐਗਜ਼ਿਸਟਿੰਗ ਹੈ. ਤੁਸੀਂ ਮੈਨੂੰ ਇਹ ਦੱਸੋ, ਅਸੀਂ ਅੱਜ ਤੱਕ ਜਿੰਨੇ ਵੀ ਸਾਇੰਟੀਫਿਕ ਪ੍ਰਿੰਸੀਪਲਸ ਕੱਢੇ ਹੈ, ਵਰ ਦੇ ਨਾਟ ਐਗਜ਼ਿਸਟਿੰਗ ਅਰਲੀਅਰ? ਅਸੀਂ ਕਹਿੰਦੇ ਨਿਊਟਨ ਡਿਸਕਵਰਡ ਲਾਜ਼ ਆਫ ਗ੍ਰੈਵਿਟੇਸ਼ਨ, ਰਾਈਟ? ਬਟ ਗ੍ਰੈਵਿਟੇਸ਼ਨ ਵਾਜ਼ ਪ੍ਰੈਜ਼ੈਂਟ ਅਰਲੀਅਰ ਆਲਸੋ. He only gave us the principles about the gravitation, not that he told us कि gravitation हैगी है. Like Galileo, ਜਦੋਂ ਉਹਨਾਂ ਨੂੰ ਕਿਹਾ ਪੋਪ ਨੇ ਕਿ ਤੂੰ ਇਹ ਕਹਿ, because it was written in the Bible ਕਿ sun revolves around the earth. Galileo was the first one to say कि earth revolves around the sun. ਉਹਨੇ ਕਿਹਾ ਵੀ ਤੂੰ ਆ ਕੇ ਕੁੱਟਣਾ ਤੇ ਮਾਫੀ ਮੰਗ, ਨਹੀਂ ਤਾਂ ਤੈਨੂੰ ਫਾਂਸੀ ਦੇ ਦੇਣਗੇ. ਕਹਿੰਦਾ ਜੀ ਤੁਸੀਂ ਜੋ ਮਰਜ਼ੀ ਕਰ ਲਿਆ ਜੇ, ਪਰ ਮੇਰੇ ਇਹ ਕਹਿਣ ਨਾਲ ਕਿ ਅਰਥ ਸਨ ਰਿਵੋਲਵਸ ਅਰਾਊਂਡ ਦੀ ਅਰਥ, ਸਨ ਘੁੰਮਣਾ ਨਹੀਂ ਸ਼ੁਰੂ ਕਰ ਦੇਗਾ ਅਰਥ ਦੇ ਬਾਰੇ, ਘੁੰਮੇਗੀ ਤਾਂ ਅਰਥ ਹੀ ਸਨ ਦੇ ਆਸ-ਪਾਸ. ਮੇਰੇ ਕਹਿਣ ਨਾਲ ਫਰਕ ਨਹੀਂ ਪੈਂਦਾ, ਬਿਕੋਜ਼ ਦੈਟ ਪ੍ਰਿੰਸੀਪਲ ਇਜ਼ ਆਲਰੇਡੀ ਸੈਟਲਡ. ਮੈਂ ਇਸੇ ਪੁਆਇੰਟ ਤੇ ਗੱਲ ਕਰਨਾ ਚਾਹੁੰਦਾ ਹਾਂ, ਬੜੀ ਇੰਟਰਸਟਿੰਗ ਗੱਲ ਤੁਸੀਂ ਹੁਣੇ ਕੀਤੀ ਹੈ ਕਿ ਜਿਹੜਾ ਅਸੀਂ ਦੇਖੋ ਬਹੁਤ ਸਾਰੇ ਲੋਕ ਅਸੀਂ ਜਿਹੜੇ ਹੈ, ਅਸੀਂ ਇੰਡੀਆ ਤੋਂ ਆਉਂਦੇ ਹਾਂ, ਠੀਕ ਹੈ, ਇੰਡੀਆ 'ਚ ਹਿੰਦੂ ਮੈਜੋਰਟੀ ਹੈ, ਫਿਰ ਵੀ ਅਸੀਂ ਇੱਕ ਕੈਨੇਡਾ 'ਚ, ਆਸਟ੍ਰੇਲੀਆ ਸਾਰੇ ਜਾਂ ਅਮਰੀਕਾ ਆਉਣਾ ਚਾਹੁੰਦੇ ਜਿੱਥੇ ਕ੍ਰਿਸਚੀਅਨ ਮੈਜੋਰਟੀ ਹੈ. ਪੰਜਾਬ ਤੋਂ ਲੋਕ ਬਾਹਰ ਆਉਣਾ ਚਾਹੁੰਦੇ, ਉੱਥੇ ਸਿੱਖ ਮੈਜੋਰਟੀ ਹੈ, ਉੱਥੇ ਛੱਡ ਕੇ ਲੋਕ ਬਾਹਰਲੇ ਮੁਲਕਾਂ 'ਚ ਜਾਂਦੇ ਜਿੱਥੇ ਕ੍ਰਿਸਚੀਅਨ ਮੈਜੋਰਟੀ ਹੈ. ਲੋਕ ਪਾਕਿਸਤਾਨ ਜਿੱਥੇ ਕਿ ਮੁਸਲਿਮ ਮੈਜੋਰਟੀ, ਉਹ ਛੱਡ ਕੇ ਲੋਕ ਬਾਹਰਲੇ ਮੁਲਕਾਂ 'ਚ ਜਾਣਾ ਚਾਹੁੰਦੇ ਆ. ਜੀ, ਇਹ ਜਿਹੜੇ ਤੁਸੀਂ ਹੁਣੇ ਜਿਸ ਤਰ੍ਹਾਂ ਗੱਲ ਕੀਤੀ ਹੈ, ਕਿਤੇ ਨਾ ਕਿਤੇ ਉਹਨਾਂ ਨੇ ਕਿਆ ਐਕਸੈਪਟ ਕਰ ਲਿਆ ਵੀ ਜੇ ਅੱਜ ਤੇ ਤੁਸੀਂ ਉਹਨਾਂ ਦਾ ਰੈਫਰੈਂਸ ਦਿੱਤਾ, ਅੱਜ ਉਹਨਾਂ ਨੇ ਮਾਫੀ ਮੰਗ ਲਈ, ਅੱਜ ਪੋਪ ਸਾਹਿਬ ਨੇ ਉਹਨਾਂ ਨੇ ਮਾਫੀ ਮੰਗ ਲਈ ਕਿ ਜੋ ਗੈਲੀਲੀਓ ਸਾਹਿਬ ਕਹਿ ਰਹੇ ਸੀ ਉਹ ਠੀਕ ਹੀ ਕਹਿ ਰਹੇ ਸੀਗੇ, ਠੀਕ ਹੈ, ਔਰ ਉੱਥੇ ਅਮੈਂਡਮੈਂਟਸ ਵੀ ਹੋ ਜਾਂਦੀਆਂ. ਸਾਡੇ ਜਿਹੜੇ ਅਸੀਂ ਕਹਿੰਦੇ, ਅਸੀਂ ਤਾਂ ਅਮੈਂਡਮੈਂਟ ਦੀ ਗੱਲ ਤਾਂ ਦੂਰ, ਮਾਫੀ ਦੀ ਤਾਂ ਗੱਲ ਦੂਰ ਹੈ, ਅਸੀਂ ਤਾਂ ਕਹਿੰਦੇ ਵੀ ਜੋ ਲਿਖ ਦਿੱਤਾ ਬਸ ਹੁਣ ਇਹ ਤੇ ਸਵਾਲ ਨਹੀਂ ਹੋ ਸਕਦਾ. ਨਹੀਂ, ਐਸਾ ਨਹੀਂ ਹੈ. ਅੱਛਾ, ਨਹੀਂ ਅਸੀਂ ਚੇਂਜ, ਹਾਂਜੀ ਸੌਰੀ, ਗੋ ਹੈਡ. ਦੇਖੋ, ਹਿੰਦੂ ਧਰਮ ਸਭ ਤੋਂ ਡਾਇਨਾਮਿਕ ਧਰਮ ਰਿਹਾ, ਠੀਕ ਹੈ, ਹਮੇਸ਼ਾ ਚੇਂਜਸ ਆਏ ਉਹਦੇ ਵਿੱਚ. ਅੱਛਾ ਜੀ. ਜੈਨਿਜ਼ਮ ਵੀ ਐਕਸੈਪਟਡ ਜੀ, Buddhism we accepted, Sikhism we accepted. Are they not the offshoots of Hinduism? But is Hinduism challenging Buddhas? No. Is Hinduism challenging Jainism? No. Is Hinduism challenging Sikhism? No. Because we are the ones who have accepted everyone in our fold. There is not even a single example in Hinduism whereby we have not accepted people who have come to us. And we have never attacked somebody. We have been the most, ਸਾਡੇ ਤੋਂ ਜ਼ਿਆਦਾ ਸਹਿਸ਼ਨੂ, ਸਾਡੇ ਤੋਂ ਸਭ ਤੋਂ ਜ਼ਿਆਦਾ ਪੇਸ਼ੈਂਸ ਵਾਲਾ, ਸਭ ਤੋਂ ਜ਼ਿਆਦਾ ਧੈर्य ਵਾਲੇ, ਸਭ ਤੋਂ ਜ਼ਿਆਦਾ ਧੀਰ ਧੈਰਜ ਵਾਲੇ ਜਾਂ ਟੋਲਰੈਂਟ, ਪ੍ਰੋਬੇਬਲੀ ਤੁਸੀਂ ਦੱਸੋ ਮੈਨੂੰ ਕੋਈ ਧਰਮ ਹੋਇਆ? ਅੱਛਾ, ਇਹ ਵੀ ਇੱਕ ਕੁਐਸਚਨ ਹੈ. ਹਾਂਜੀ, ਹੁਣ ਜਿਹੜੇ ਧਰਮ ਦੀ ਗੱਲ ਕਰਦੇ ਨੇ, ਜਿਸ ਤਰ੍ਹਾਂ ਤੁਸੀਂ ਕਹੇ, ਉਹ ਇਹ ਗੱਲ ਹਮੇਸ਼ਾ ਕੋਈ ਨਾ ਕੋਈ ਕਲੇਮ ਜ਼ਰੂਰ ਐਸਾ ਲੈ ਕੇ ਆਉਂਦੇ ਨੇ. ਇੱਕ ਤਰ੍ਹਾਂ ਅਸੀਂ ਕਰਦੇ ਹਾਂ ਹਿਊਮੈਨਿਟੀ ਸਭ ਤੋਂ ਉੱਪਰ ਹੈ, ਧਰਮ ਸਾਰੇ ਬਰਾਬਰ ਨੇ, ਅਸੀਂ ਇਕੁਐਲਿਟੀ. ਐਕਚੁਅਲੀ ਅਸੀਂ ਧਰਮ ਦੀ ਵਿਆਖਿਆ ਹੀ ਗਲਤ ਕਰ ਲਈ ਨਾ ਸਰ. ਅੱਛਾ, ਠੀਕ ਹੈ, ਹਾਂਜੀ ਹਾਂਜੀ. ਇਹ ਐਕਚੁਅਲੀ ਤਾਂ ਸਾਰੇ ਸੈਕਟਸ ਹੈ. ਅੱਛਾ, ਧਰਮ ਇਜ਼ ਧਾਰਤੀ ਇਤੀ ਧਰਮ ਹੈ. ਠੀਕ, ਵਟਐਵਰ ਇਜ਼ ਆਰ ਆਚਾਰ ਵਿਵਹਾਰ ਰੋਜ਼ ਦਾ ਜਿਹੜਾ ਹੈਗਾ ਉਹ ਧਰਮ ਹੈ. ਅੱਛਾ, ਅਸੀਂ ਧਰਮ ਨੂੰ ਡਿਫਰੈਂਟਲੀ ਲੈ ਲਿਆ ਹੈ ਨਾ. ਉਹ ਚੀਜ਼ਾਂ ਅਲੱਗ ਹੋ ਸਕਦੀਆਂ, ਸਾਡੇ ਕਰਮ ਕਾਂਡ ਅਲੱਗ ਹੋ ਸਕਦੇ ਹਨ, ਸਾਡੇ ਮੈਥਡਸ ਆਫ ਮੈਡੀਟੇਸ਼ਨ ਅਲੱਗ ਹੋ ਸਕਦੇ ਹਨ, ਹੈ ਨਾ. ਬਟ ਜੇ ਅਸੀਂ ਕਹਾਂਗੇ ਵੀ ਇਹ ਧਰਮ ਹੈ ਤਾਂ ਉਹ ਧਰਮ ਨਹੀਂ ਹੈ. ਅੱਛਾ, ਇਹਨੂੰ ਐਕਸਪਲੇਨ ਕਰੋ ਜਰਾ, ਕਿਸ ਤਰ੍ਹਾਂ ਕੀ ਫਰਕ ਕੀ ਹੈ ਇਹਦੇ ਵਿੱਚ? ਦੇਖੋ, ਧਰਮ ਇਜ਼ ਸਮਥਿੰਗ ਰਿਲੇਟਡ ਟੂ ਯੂਰ ਇਨਰ.
ਉਹ ਤਾਂ spirituality ਹੋ ਗਿਆ ਨਾ ਫਿਰ। ਇਨਰ ਵੌਇਸ ਕਹਿੰਦੇ ਆ ਅਸੀਂ, ਹੈ ਨਾ। ਅੱਛਾ ਇਹ ਕਦੇ ਵੀ ਬਾਹਰ ਦੀ ਚੀਜ਼ਾਂ ਨਾਲ, ਜੀ ਜੇ ਤੁਸੀਂ ਮੈਨੂੰ ਇਹ ਦੱਸੋ ਤਿਲਕ ਜਨੇਊ ਪਾ ਕੇ ਜੇ ਕੋਈ ਹਿੰਦੂ ਬੰਦਾ ਹੋਏ ਤਾਂ ਹਿੰਦੂ ਧਰਮ ਬਹੁਤ ਸਸਤਾ ਹੈ ਕਿ ਨਹੀਂ ਹੈ ਕਿ ਨਹੀਂ ਹੈ? ਜੀ ਜੀ ਬਿਲਕੁਲ। ਤੇ ਅਸੀਂ ਜੇ ਇਹਨਾਂ ਗੱਲਾਂ 'ਚ ਬਿਲੀਵ ਕਰਾਂਗੇ, ਜਿਹੜਾ ਸਿੰਬੋਲਿਜ਼ਮ ਹੋ ਗਿਆ, ਤਾਂ ਧਰਮਾਂ ਦੀ ਲੜਾਈ ਹੈ। ਜੇ ਅਸੀਂ ਇਹ ਕਹਾਂਗੇ ਵੀ ਸਾਰੇ ਮਾਨਵ ਇੱਕ ਹੈ, if I look at a cross and say he is a Christian, then I am mistaken. If he looks at a Janevu and he says I am a Hindu, I am mistaken. He is mistaken. ਸਾਨੂੰ ਉਹਦੇ ਅੰਦਰ ਦੀ ਸੋਲ ਨੂੰ ਦੇਖਣਾ, and that is very very important, and that is where we have gone wrong in our assessment and estimation, because ਸਾਨੂੰ ਸੋਲ ਨਾਲ ਬੰਦੇ ਪਛਾਣਨੇ। I'll give you one example of McCartney and Michael Jackson. ਅੱਛਾ ਜੀ। ਇਹਨਾਂ ਦੇ ਐਬਨੀ ਐਂਡ ਆਈਵਰੀ ਉਹਦਾ ਇੱਕ ਹੈਗਾ, ਇਹਦਾ ਬਲੈਕ ਐਂਡ ਵਾਈਟ ਇੱਕ Song ਹੈਗਾ। ਜੀ ਜੀ ਬਿਲਕੁਲ। He says when piano ਤੇ black and white buttons can give one harmony, why can't black and white otherwise give a harmony as far as human beings are concerned? And they were affected by Bhagavad Gita. Rudyard Kipling, If likhi ਉਹਨੇ poem, and if you read If, it is all about Bhagavad Gita. Hollywood movie bani, The Legend of Beggar Vance, ਉਹਦੇ 'ਚ ਗੋਲਫਰ ਹੈ ਜਿਹੜਾ ਹਾਰ ਤੱਕ ਕੇ ਬੈਠ ਜਾਂਦਾ, ਦੈਨ ਉਹਦਾ ਕੈਡੀ ਇੱਕ ਆਉਂਦਾ ਜਿਹੜਾ ਭਗਵਾਨ ਕ੍ਰਿਸ਼ਨ ਦੀ ਤਰ੍ਹਾਂ ਉਹਨੂੰ ਉਪਦੇਸ਼ ਦਿੰਦਾ, ਐਂਡ ਦ ਹੋਲ ਡਾਇਲੌਗ ਇਨ ਦੀ ਮੂਵੀ ਇਜ਼ ਐਜ਼ ਅਰਜੁਨਾ ਐਂਡ ਕ੍ਰਿਸ਼ਨਾ। ਚਾਰਲਸ ਗੈਰੀਜ਼ਨ ਬੀਟਲਸ ਦਾ ਸਭ ਤੋਂ ਵੱਡਾ ਗਿਟਾਰਿਸਟ ਸੀਗਾ, ਉਹਨੇ ਇੱਕ ਗਾਣਾ ਲਿਖਿਆ ਆਈ ਮੀ ਐਂਡ ਮਾਈਨ, ਪਿਓਰਲੀ ਜੋ ਭਗਵਦ ਗੀਤਾ 'ਚ ਲਿਖਿਆ ਉਹਨੇ ਆਈ ਮੀ ਐਂਡ ਮਾਈਨ ਤੇ ਲਿਖਿਆ, ਹੈ ਨਾ। ਔਰ ਉਹਦੇ ਬਾਅਦ ਇਨ ਦੀ ਐਂਡ ਉਹਨੇ ਇਹ ਕਿਹਾ ਕਿ ਮੈਂ ਭਗਵਦ ਗੀਤਾ ਉਹਨੇ ਆ ਕੇ ਪੜ੍ਹੀ, ਐਂਡ ਉਹਨੇ ਆਪਣੀ ਬੋਡੀ ਦਾ ਇਹ ਕਿਹਾ ਕਿ ਆਈ ਸ਼ੁੱਡ ਬੀ ਕ੍ਰੀਮੇਟਡ ਵਿਦ ਹਿੰਦੂ ਰਾਈਟਸ, ਐਂਡ ਉਹਦੀ ਫੈਮਿਲੀ ਉਹਦੀ ਬੋਡੀ ਉੱਥੇ ਹਰਿਦੁਆਰ ਲੈ ਕੇ ਆਈ। This is the impact Bhagavad Gita has taken upon the people. They have forgotten what is so-called religion, and they have been human beings, and that is why they said so. Will Smith ne kinniya Hollywood movies likhi, he is an Oscar winner also. And you will be surprised, he says I have read 90% of the Bhagavad Gita. So worldwide people have read Bhagavad Gita as a book of motivation. People are working on Bhagavad Gita as a tool for psychotherapy, because probably I feel कि इस तो ज़्यादा अच्छी psychotherapy दी कोई किताब ही नहीं हो सकती श्री भगवद गीता तो। भगवद गीता। If you look at Arjuna, ਉਹਦੇ ਤੇ anxiety ਸੀ, stress ਸੀ, depression ਸੀ, ਉਹਦੇ dialogues ਇਹ ਕਹਿੰਦੇ हैं suicidal tendencies, ਉਹਨੇ ਕਿਹਾ ਵੀ ਮੈਂ ਆਪਣੇ ਆਪ ਨੂੰ ਖਤਮ ਕਰਨਾ ਇਸ ਤੋਂ ਅੱਛਾ ਹੋਏਗਾ। ਇਦਾਂ ਰਾਜ ਲੈਣ ਦੀ ਬਜਾਏ ਆਪਣੇ ਭਰਾਵਾਂ ਨੂੰ ਮਾਰ ਕੇ ਰਾਜ ਲੈਣ ਦੀ ਬਜਾਏ ਜੇ ਮੈਂ ਖੁਦ ਹੀ ਮਰ ਜਾ, that is a suicidal tendency. And he had all that. And in the end, he stands up. That means it can be a very good tool for psychotherapy also. Mahatma Gandhi says that whenever I am dejected, whenever I am desolate, whenever I was disappointed, I looked upon Bhagavad Gita and I found an answer. You must have heard about Metro Man, apne E. Sridharan. जी जी। He says probably it is the best administrative gospel. इस तो ज़्यादा अच्छी administration दी किताब नहीं हो सकती, because it is multifaceted. As I said in the beginning, मैं ਤੁਹਾਨੂੰ ਕਿਹਾ कि ਇਹਦੇ 'ਚ ਹਰ generation ਵਾਸਤੇ message ਹੈ, हर civilization वास्ते यूजफुल है। स्वामी विवेकानंद तो शिकागो आके गीता ही कह के गए। If you look at his speech in Chicago, probably he has quoted Gita extensively. And इदां ही जिन्ने भी होए, जिवें ज्ञानेश्वर सीगे, ਆਪਾਂ ਲੰਗਰ ਲਗਾਈਦਾ, ਉਹਨਾਂ ਨੇ ਕਿਹਾ ਕਿ ਗੀਤਾ ਵੰਡਣਾ ਇਦਾਂ ਦਾ ਕੰਮ ਹੈ ਜਿਹੜਾ ਤੁਸੀਂ ਮੋਕਸ਼ ਦਾ ਲੰਗਰ ਵੰਡ ਰਹੇ ਹੋ। That was his idea. So ਗੀਤਾ ਤੁਸੀਂ ਦੇਖੋ ਕਿੰਨੀ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਫ੍ਰੀ ਵੰਡ ਰਹੀਆਂ। They just want to tell the humanity, and Gita can be a binding amongst all the religions. ਮੈਂ ਇੱਥੇ ਇੱਕ ਮਿੰਟ ਰੁਕਣਾ ਚਾਹਾਂਗਾ। ਤੁਸੀਂ ਬੜੀ ਇੰਟਰਸਟਿੰਗ ਗੱਲ ਕਹੀ ਕਿ ਜਿਹੜੀ ਭਗਵਦ ਗੀਤਾ ਹੈ ਇਹ ਕੈਨ ਬੀ ਬਾਈਂਡਿੰਗ ਅਮੰਗ ਆਲ ਦ ਰਿਲੀਜਨਸ। ਅੱਛਾ, ਬਹੁਤ ਸਾਰੇ ਲੋਕ ਜਿਹੜੇ ਨੇ, ਈਵਨ ਸਾਡੇ ਰੇਡੀਓ 'ਤੇ ਕਈ ਵਾਰ ਕਾਲ ਆ ਜਾਂਦੀ, ਉਹ ਕਹਿੰਦੇ ਸਾਰੀ ਪ੍ਰੋਬਲਮ ਤੇ ਧਰਮਾਂ ਦੀ ਖੜੀ ਕੀਤੀ ਹੋਈ ਆ, ਜਾਂ
ਉਹ ਕਹਿੰਦੇ ਕਿ ਜੀ ਜੇ ਅਸੀਂ ਸਾਰੇ ਹਿਊਮੈਨਿਟੀ ਦੀ ਗੱਲ ਕਰੀਏ, ਸਾਡੇ ਅੰਦਰ ਵਖਰੇਵੇਂ ਨਾ ਹੋਣ, ਤੇ ਇਹ ਸਾਰੀ ਜਿੰਨੀਆਂ ਲੜਾਈਆਂ, ਇਹ ਸਾਰੀਆਂ ਕਿੰਨਾ ਕੁਛ ਐਕਟੀਵਿਟੀਜ਼ ਹੁੰਦੀਆਂ, ਇੱਕ ਦੂਸਰੇ ਨੂੰ ਮਾਰੋ, ਆਪਣੇ ਧਰਮ ਨੂੰ ਬੈਟਰ ਕਰੋ, ਉਹ ਸਾਰਾ ਜਿਹੜੀ ਕਿਤੇ ਨਾ ਕਿਤੇ ਐਲੀਗੇਸ਼ਨ ਉਹ ਲਗਾਉਂਦੇ ਆ ਕਿ ਧਰਮ ਹੈਗਾ ਜਾਂ ਸਾਰੀਆਂ ਚੀਜ਼ਾਂ ਇਸੇ ਕਾਰਨ ਇਹ ਸਾਰਾ ਕੁਝ ਹੋ ਰਿਹਾ। ਮੈਂ ਤੁਹਾਨੂੰ ਸਰ ਇੱਕ ਮੰਤ ਜੀ ਦੀ ਗਈ ਹੋਈ ਗੱਲ ਦੱਸਦਾ। ਹਾਂਜੀ ਹਾਂਜੀ। ਉਹ ਸ਼ਾਇਦ ਸ਼ਿਕਾਗੋ ਵਿੱਚ ਹੀ ਸੀਗਾ, ਇੱਕ ਦੁਬਾਰਾ ਧਰਮ ਸੰਮੇਲਨ ਹੋਇਆ, ਉਹਦੇ 'ਚ ਸਾਰੀ ਦੁਨੀਆ ਦੇ ਸਾਰੇ ਰਿਲੀਜੀਅਸ ਦੇ ਜਿਹੜੇ ਵੀ ਲੀਡਰ ਸੀਗੇ, ਦੇ ਵਰ ਦੇਅਰ, ਪ੍ਰੈਜ਼ੈਂਟ ਦੇਅਰ, ਦੋਜ਼ ਹੂ ਵਰ ਰਿਪਰੈਜ਼ੈਂਟਿੰਗ ਈਚ ਐਂਡ ਐਵਰੀ ਸੈਕਟ ਐਂਡ ਧਰਮਾ। ਸਾਰਿਆਂ ਨੇ ਆਪਣੀ ਆਪਣੀ ਗੱਲ ਕੀਤੀ, ਜਿਵੇਂ ਤੁਸੀਂ ਪੁੱਛਿਆ ਵੀ ਪੀਸ ਆ ਜਾਏਗਾ, ਪੀਸ ਦੇ ਬਾਰੇ। when his turn came, he was Mahant Paramjit Singh, he is no more now, but it must be in records also, ਉੱਥੇ ਦੇ ਰਿਕਾਰਡ ਮਿਲ ਜਾਣਗੇ। he said in one line, ਕਹਿੰਦਾ ਜੀ ਜਿਹੜੇ ਇੱਥੇ ਬੈਠੇ ਸਾਰੇ ਹਾਲ 'ਚ, ਸਾਰਿਆਂ ਦੇ ਲੀਡਰ, ਇਹਨਾਂ ਨੂੰ ਇੱਥੇ ਹੀ ਰੱਖ ਲਓ, ਪੀਸ ਆਟੋਮੈਟਿਕਲੀ ਰਿਸਟੋਰਡ ਹੈ ਵਰਲਡ 'ਚ। ਇਹਨਾਂ ਨੂੰ ਕਿਤੇ ਨਾ ਭੇਜੋ, ਪੀਸ ਇਜ਼, ਆਈ ਐਮ ਨਾਟ ਅਗੇਂਸਟ ਐਨੀਥਿੰਗ, ਬਟ ਅਸੀਂ ਧਰਮ ਦੀ ਜਿਹੜੀ ਵਿਆਖਿਆ ਡਿਫਰੈਂਟ ਕਰ ਲਈ, ਅਸੀਂ ਧਰਮ ਦੇ ਜਿਹੜੇ ਐਕਚੁਅਲੀ ਧਾਰਮਿਕ ਵਰਡ ਨੂੰ ਡਿਫਰੈਂਟ ਕਰ ਲਿਆ, ਔਰ ਧਰਮ ਨੂੰ ਚਲਾਉਣ ਦੀ ਠੇਕੇਦਾਰੀ ਲੈ ਲਈ ਅਸੀਂ, ਹੈ ਨਾ। ਉਹ ਜਿਹੜੀਆਂ ਚੀਜ਼ਾਂ ਹੈ ਨਾ, ਉਹ ਗਲਤ ਆ ਗਈਆਂ। ਮਤਲਬ ਦੇਰ ਆਰ ਸਰਟਨ ਥਿੰਗਸ ਵਿਚ ਹੈਵ entered into dharma wrongly or rightly. I will not comment upon this because it may become controversial, but I will say that we have to relook, we have to reassess and redefine dharma to bring peace in the world. ठीक है। एक थोड़ा पॉलिटिकल एस्पैक्ट भी ਇਹਦਾ ਅੱਜ ਕੱਲ੍ਹ ਬੜਾ ਡਿਸਕਸ ਹੁੰਦਾ ਹੈ। ਉਹ ਇਹ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਹੀ ਜਿਹੜਾ ਮੈਜੋਰਿਟੀ ਕਮਿਊਨਿਟੀ ਹੈ ਉਹ ਬਾਕੀ ਮਾਈਨੋਰਿਟੀਜ਼ ਦਾ ਖਿਆਲ ਨਹੀਂ ਕਰ ਰਹੇ, ਜਾਂ ਉਹ ਕਹਿੰਦੇ ਜੀ ਹਾਂਜੀ ਅਸੀਂ ਇੰਡੀਆ ਦੇ ਵਿੱਚ ਕੋਈ ਹਿੰਦੂ ਰਾਸ਼ਟਰ ਬਣਾਉਣ ਦੀ ਵੀ ਗੱਲਾਂ ਹੁਣ ਚੱਲਣ ਲੱਗ ਪਈਆਂ ਇੰਡੀਆ ਦੇ ਵਿੱਚ। ਉਹ ਕਹਿੰਦੇ ਕਿ ਬਾਕੀ ਜਿਹੜੇ ਮਾਈਨੋਰਿਟੀਜ਼ ਨੇ ਉਹ ਡਰੀਆਂ, ਐਸੀ ਗੱਲ ਕਿ ਲੋਕ ਸਵਾਲ ਪੁੱਛਦੇ ਨੇ ਕਿ ਮਾਈਨੋਰਿਟੀਜ਼ ਡਰੀਆਂ ਹੋਈਆਂ ਮਹਿਸੂਸ ਕਰ ਰਹੀਆਂ, ਫਿਰ ਉਹਨਾਂ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਕੀ ਜਵਾਬ ਦਈਏ? ਸਰ ਆਈ ਐਮ ਨਾਟ ਸ਼ੋਰ ਇਹ ਹੈਗਾ ਕਿ ਨਹੀਂ ਹੈਗਾ, ਟਰੂਥਫੁਲ ਕਿੰਨਾ ਹੈਗਾ ਜੀ, ਬਟ ਹਮੇਸ਼ਾ ਇੰਡੀਆ ਵਿੱਚ ਐਫਰਟਸ ਰਹੀਆਂ to bring minorities into the mainstream. मैं किसी धर्म की गल नहीं करता, बट साडी जिहड़ी कॉन्स्टिट्यूशन की किताब है, मेरा ख्याल किसी भी डेमोक्रेसी वास्ते वो सब तो वड्डी धार्मिक किताब होनी चाहिए है। एज पर द कॉन्स्टिट्यूशन ऑफ इंडिया वी हैव आर्टिकल 29 and 30 in the constitution whereby we have given rights to minorities, and those rights are absolute rights to run their institutions, to administer their institutions. Not even a single example where the government has interfered into minority educational institutions. And Supreme Court of India has repeatedly defined the rights of minorities have to be there. And there has always been an effort to bring the minorities into mainstream. Sometimes I feel the propaganda could be other way around. It could be for votes catching also the minorities. When a president from one minority community can be there, from another minority community a president of India could be there, so then how minorities are being maltreated in India, I fail to understand. ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਇਹਨੂੰ ਖੁੱਲ੍ਹ ਕੇ ਕਹਿ ਦਿੰਦਾ, ਮੈਂ ਤਾਂ ਖੁਦ ਕਈ ਵਾਰੀ ਗੱਲ ਕਰਦਾ ਹਾਂ ਕਿ ਇੰਡੀਆ ਦੇ ਵਿੱਚ 10 ਸਾਲ ਹੁਣੇ ਰਾਜ ਰਿਹਾ ਹੈ। 10 ਸਾਲ ਦੇ ਰਾਜ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਰੂਲਿੰਗ ਪਾਰਟੀ ਸੀ ਉਹਨਾਂ ਦੇ ਲੀਡਰ ਕ੍ਰਿਸਚੀਅਨ ਸੀਗੇ, ਜਿਹੜੇ ਪ੍ਰਧਾਨ ਮੰਤਰੀ ਸੀਗੇ ਉਹ ਸਿੱਖ ਰਿਲੀਜਨ ਤੋਂ ਸੀਗੇ, ਜਿਹੜੇ ਡਿਫੈਂਸ ਮਿਨਿਸਟਰ ਸੀਗੇ ਉਹ ਕ੍ਰਿਸਚੀਅਨ ਸੀਗੇ, ਜਿਹੜੇ ਫੋਰਨ ਅਫੇਅਰਸ ਮਿਨਿਸਟਰ ਸੀਨੀਅਰ ਸੀਗੇ ਸਲਮਾਨ ਖੁਰਸ਼ੀ ਸਾਹਿਬ ਉਹ ਮੁਸਲਿਮ ਸੀਗੇ, ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਇੱਕ ਸਿੱਖ ਸੀਗੇ। ਠੀਕ ਹੈ ਜੀ। ਸੋ ਅਸੀਂ ਇਹ ਤਾਂ ਕਹਿਣਾ ਕਿ ਜੀ ਹਾਂਜੀ, ਔਰ ਉਸ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ ਹੋਰ ਬੜੇ ਸਾਰੇ ਕੈਬਨਿਟ ਮੰਤਰੀ ਜਿਹੜੇ ਆ ਉਹ ਡਿਫਰੈਂਟ ਉਹ ਤੋਂ ਸੀਗੇ। ਸੋ ਲੇਕਿਨ ਜਦੋਂ ਸਵਾਲ ਹੁੰਦਾ ਹੈ ਕਮਿਊਨਿਟੀ ਦਾ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਜ਼ਰੂਰ ਸਵਾਲ ਪੁੱਛਾਂ। ਨਹੀਂ ਹੋ ਸਕਦਾ ਹੈ, ਬਟ ਇਫ ਇਟ ਇਜ਼ देयर द गवर्नमेंट ऑफ इंडिया मस्ट बी टेकिंग स्टेप्स टू रेक्टिफाई इट. अच्छा, I think the present government is quite a seasoned government, and they will definitely take steps if it is happening. I think why they have to raise the issues in the parliament, and if it is happening, definitely the government should take measures to stop it. ਠੀਕ ਹੈ। ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਹੈ ਕਿਉਂਕਿ ਇੱਕ ਇੰਪੋਰਟੈਂਟ ਪ੍ਰੋਗਰਾਮ ਤੁਸੀਂ ਲੈ ਕੇ ਆਏ ਔਰ ਫਿਰ ਅਸੀਂ ਪ੍ਰੋਗਰਾਮ ਨੂੰ ਰੈਪ ਅਪ ਕਰਾਂਗੇ। ਲੇਕਿਨ ਬਹੁਤ ਮਜ਼ਾ ਆਇਆ ਮੈਨੂੰ ਤਾਂ ਜੀ। ਮੈਂ ਰਮਨ ਦੂਆ ਜੀ ਤੁਹਾਨੂੰ ਪੁੱਛਦਾ ਹਾਂ ਕਿ ਜੋ ਗਿਆਨ ਡਾਕਟਰ ਸਾਹਿਬ ਨੇ ਦਿੱਤਾ ਹੈ, ਇਹ ਦੇਖੋ ਇੱਕ ਤੁਸੀਂ ਥੋੜ੍ਹੀ ਜਿਹੀ ਅੱਜ ਇੱਕ ਜ਼ਾਤੀ ਕੀਤੀ ਹੈ ਕਿ ਉਹਨਾਂ ਨੂੰ ਬੜੇ ਥੋੜ੍ਹੇ ਸਮੇਂ ਲੈ ਕੇ ਆਏ ਹੋ। ਮੈਂ ਔਨ ਰਿਕਾਰਡ ਇਹ ਗੱਲ ਕਹਾਂਗਾ ਕਿ ਡਾਕਟਰ ਸਾਹਿਬ ਕੋਲ ਜਿੰਨੀ ਨੌਲੇਜ ਹੈ
ਸੋ ਸਾਨੂੰ ਇੰਡੀਆ ਦੇ ਵਿੱਚ ਤੇ ਉੱਥੇ ਉਹਨਾਂ ਨੂੰ ਦੇ ਹੀ ਰਹੇ ਨੇ ਨੌਲੇਜ, ਤੇ ਸਾਨੂੰ ਇੱਥੇ ਵੀ ਉਹਨਾਂ ਨੂੰ ਹੋਰ ਲੈ ਕੇ ਆਇਆ ਕਰੀਏ ਚੈਨਲ ਵਾਏ, ਉਹਨਾਂ ਕੋਲੋਂ ਅਸੀਂ ਸਿੱਖੀਏ। ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਿਨਾਂ ਸ਼ਰਮਾਏ ਅਰਜੁਨ ਜੀ ਨੇ ਸਵਾਲ ਪੁੱਛੇ, ਕ੍ਰਿਸ਼ਨ ਜੀ ਨੂੰ ਸਾਡੇ ਲਈ ਵੀ ਤੇ ਗੁਰੂ ਨੇ, ਅਸੀਂ ਤਾਂ ਇਹਨਾਂ ਦੇ ਸ਼ਿਸ਼ੇ ਦੀ ਤਰ੍ਹਾਂ, ਸੋ ਅਸੀਂ ਬਿਨਾਂ ਸ਼ਰਮਾਏ ਬੇਝਿਜਕ ਹੋ ਕੇ ਸਰ ਅਸੀਂ ਇਦਾਂ ਹੀ ਸਵਾਲ ਪੁੱਛਾਂਗੇ। ਆਈ ਹੋਪ ਯੂ ਡੋਂਟ ਮਾਈਂਡ। ਪੁੱਛਣੇ ਵੀ ਚਾਹੀਦੇ हैं सर, ठीक है, that is what गीता teaches। अच्छा मैं बेझिझक सवाल पूछे तो ने क्या book of answers। अच्छा, I have always maintained it is a book of questions। क्वेश्चंस, अच्छा जी, and you see Lord Krishna ने सारे जवाब हंस के दिते। ठीक है, प्रसन्न ही वो भारत है, मतलब प्रसन्न होके खुश चित नाल, कदे नाराज नहीं होए ਉਹਦੇ ਨਾਲ। ਇੱਕ ਵਾਰੀ ਵੀ ਐਸੀ ਨਹੀਂ ਆਈ ਜਦੋਂ ਉਹਦੇ ਨਾਲ ਨਾਰਾਜ਼ ਹੋਏ ਹੋ। ਔਰ ਉਹ ਵੀ ਬਾਅਦ ਚ ਇਹ ਕਹਿੰਦਾ ਕਿ ਵੀ ਤੁਹਾਡੀ ਕਿਰਪਾ, he has also owned it to God। ਈਵਨ ਸੰਜੇ ਕਹਿੰਦਾ ਕਿ ਮੈਨੂੰ ਵਿਆਸ ਜੀ ਦੀ ਕਿਰਪਾ ਨਾਲ, ਕਿਉਂਕਿ ਦਿਵਯ ਦ੍ਰਿਸ਼ਟੀ ਮਿਲੀ ਨਾ ਕਿ ਮੈਂ ਵੀ ਭਗਵਾਨ ਦਾ ਰੂਪ ਦੇਖ ਲਿਆ, ਮੈਂ ਵੀ ਇਹ ਸੁਣ ਲਿਆ। ਬਟ nobody, there is a total surrender in Gita, total acceptance in Gita, and then finally owing it to the God ਕਿ ਵੀ ਪ੍ਰਮਾਤਮਾ ਅਸੀਂ ਤਾਂ ਟੂਲ ਹੈ, ਜੋ ਤੂੰ ਦਿਖਾਇਆ ਅਸੀਂ ਦੇਖ ਲਿਆ। ठीक है, ਇਹ ਬਹੁਤ ਵੱਡੀ ਗੱਲ ਹੈ ਲਾਈਫ 'ਚ। ਐਂਡ ਆਈ ਪਰਸਨਲੀ ਫੀਲ, I know Raman for so many years now because he is from Rohtak itself. We have a common city and he always owes to God. That's the secret of his success, because he has been humble. That's his utmost quality, and then he owes it to the God, and owing it to the God probably ਜਦੋਂ ਅਸੀਂ ਕਰਦੇ ਹਾਂ ਉਦੋਂ ਲਾਈਫ ਬਦਲ ਜਾਂਦੀ ਹੈ। ਉਹ ਕਹਿੰਦੇ ਆ ਕਿ ਵੀ ਮੈਂ ਤੇਰਾ, कश्ती तेरी, साहिल तेरा, डूबने का डर हो मुझे तो क्यों हो, क्योंकि मैं तेरा, साहिल तेरी, कश्ती तेरी और समुंदर भी तेरा। तो इस करके ਜਦੋਂ ਅਸੀਂ ਰੱਬ ਤੇ ਛੱਡ ਦਿੰਦੇ ਆ ਨਾ, ਔਰ ਗੀਤਾ ਇਹੀ ਸਿਖਾਉਂਦੀ ਹੈ, ਭਗਵਾਨ ਨੇ ਵੀ ਇਹੀ ਕਿਹਾ, ਮਾਮੇਕ ਸ਼ਰਣਮ ਵਰਜ, ਮੇਰੀ ਇੱਕ ਸ਼ਰਨ ਚ ਆ ਜਾ, ਤੇਰਾ ਸਾਰਾ ਹੀ ਕਲਿਆਣ ਹੀ ਕਲਿਆਣ ਹੈ। ਤੇ ਇਹੀ ਚੀਜ਼ ਸਾਨੂੰ ਹਮੇਸ਼ਾ ਆਪਣੀ ਲਾਈਫ 'ਚ ਰੱਖਣੀ ਚਾਹੀਦੀ ਹੈ ਵੀ ਜਿੰਨੀ ਚਾਬੀ ਭਰੀ ਰਾਮ ਨੇ ਉਹਨਾਂ ਚਲੇ ਖਲੋਣਾ, ਇਸ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ। ਬੈਠੇ ਬੈਠੇ ਉਠਾ ਦੇ ਹੈ ਨਾ ਜੀ, ਬੋਲਦੇ ਬੋਲਦੇ ਉਹਨੂੰ ਚੱਕ ਲੈ, ਇਹ ਤਾਂ ਉਹਦੀ ਮਰਜ਼ੀ ਹੈ ਨਾ ਜੀ। ਜੇ ਅਸੀਂ ਅੱਜ ਬੋਲ ਵੀ ਪਾ ਰਹੇ ਹਾਂ, ਗੱਲ ਵੀ ਕਰ ਪਾ ਰਹੇ ਹਾਂ, ਤਾਂ ਉਹਦੀ ਮਰਜ਼ੀ ਹੈ, ਨਹੀਂ ਤਾਂ ਡੈਸਟੀਨੀ ਸੀਗੀ। ਵਾਈਲ ਕਮਿੰਗ ਟੂ ਕੈਨੇਡਾ I never thought ਕਿ ਵੀ I will be sitting with such a senior journalist and giving my interview। ਮੇਰੇ ਮਤਲਬ ਸੁਪਨੇ 'ਚ ਵੀ ਨਹੀਂ ਸੀਗਾ। ਕੱਲ ਜਦੋਂ ਪ੍ਰੈਸ ਕਾਨਫਰੰਸ ਸੀਗੀ, probably 30 people were there and everybody was saying ਕਿ ਜੀ ਜੇ ਉਹਨਾਂ ਨਾਲ ਇੰਟਰਵਿਊ ਹੋ ਗਿਆ ਤਾਂ ਬਸ ਸਾਰੀ ਕਹਾਣੀ ਪੂਰੀ ਹੋ ਗਈ। And I also never thought, because I thought Swamiji will go and give the interview, but then God created such situation that I am sitting in your front। ਨਹੀਂ ਸਰ, ਡਾਕਟਰ ਸਾਹਿਬ, ਇਟਸ ਐਨ ਆਨਰ, ਇਟਸ ਅ ਪ੍ਰਿਵਿਲੇਜ, ਔਰ ਕਿ ਤੁਸੀਂ ਅੱਜ ਆਏ ਹੋ ਸਟੂਡੀਓ 'ਚ, ਤੁਹਾਡੇ ਵਿਚਾਰ। ਔਰ ਰਮਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲੈ ਕੇ ਆਏ ਹੋ। ਮੈਂ ਪੁੱਛਣਾ ਚਾਹਾਂਗਾ ਕਿ ਅਸੀਂ ਦੋਨੋਂ ਸ਼ੀਸ਼ੇ ਦੀ ਤਰ੍ਹਾਂ ਸੁਣ ਰਹੇ ਹਾਂ ਡਾਕਟਰ ਸਾਹਿਬ ਤੋਂ ਸਾਰੀ ਗੱਲਬਾਤ। ਸੋ ਕੋਈ ਚੀਜ਼ ਤੁਸੀਂ ਐਸੀ ਹਾਈਲਾਈਟ ਕਰਨਾ ਚਾਹੋ ਜੋ ਅਸੀਂ ਡਾਕਟਰ ਸਾਹਿਬ ਤੋਂ ਇੰਨੀਆਂ ਚੀਜ਼ਾਂ ਸਿੱਖੀਆਂ ਹੈਗੀਆਂ। ਔਰ ਮੇਰੀ ਫਿਰ ਬੇਨਤੀ ਇਹੀ ਹੋਏਗੀ, ਰਿਕੁਐਸਟ ਹੋਏਗੀ ਬਿਫੋਰ ਆਈ ਲੈਟ ਯੂ ਗੋ, ਕਿ ਡਾਕਟਰ ਸਾਹਿਬ ਨੂੰ ਪਲੀਜ਼ ਅਸੀਂ ਕੈਨੇਡਾ ਹੋਰ ਲੈ ਕੇ ਆਈਏ, ਇਹਨਾਂ ਦਾ ਬੜਾ ਅਸੀਂ ਫਾਇਦਾ ਲੈ ਸਕਦੇ ਹਾਂ, ਇੰਨੇ ਗਿਆਨ ਦਾ ਭੰਡਾਰ ਹੈ ਇਹਨਾਂ ਕੋਲ। ਸੋ ਜੋ ਵੈਸੇ ਤਾਂ ਅਸੀਂ ਲਾਏ ਉੱਥੇ ਵੀ, ਇੰਡੀਆ ਤੋਂ ਵੀ ਕਰ ਸਕਦੇ ਹਾਂ, ਪਰ ਜੋ ਇੱਥੇ ਸਟੂਡੀਓ 'ਚ ਬੈਠ ਕੇ ਲਾਈਵ ਗੱਲਬਾਤ ਕਰਨ ਦਾ ਮਜ਼ਾ ਹੈ, ਔਰ ਜੋ ਇਹਨਾਂ ਦੇ ਨਾਲ ਸਵਾਲ ਜਵਾਬ ਕਰਨ ਦਾ ਮਜ਼ਾ ਹੈ, ਉਹ ਬੜਾ ਆਏਗਾ। ਜੀ ਸਰ। ਨਹੀਂ ਵੀਰ ਜੀ, ਬਿਲਕੁਲ ਤੁਸੀਂ ਠੀਕ ਕਿਹਾ ਹੈਗਾ। ਦੇਖੋ, ਮੈਂ ਵੀ ਇੱਕ ਚੀਜ਼ ਦੇ ਵਿੱਚ ਫਰਮਲੀ ਬਿਲੀਵ ਕਰਦਾ ਕਿ ਵੀ ਨੀਡ ਅ ਮੈਂਟਰ ਐਂਡ ਵੀ ਕੈਨ ਬੀ ਅ ਮੈਂਟਰ। ਮੈਂਟਰ ਦੇ ਨਾਲ ਜਿਹੜੀ ਹੈ ਨਾ, ਮੈਂਟਰਸ਼ਿਪ ਦੇ ਨਾਲ ਲਾਈਫ ਸਾਡੀ ਚੇਂਜ ਹੋ ਜਾਂਦੀ ਹੈ। ਔਰ ਮੇਰੇ ਖਿਆਲ ਡਾਕਟਰ ਸਾਹਿਬ ਨੇ ਗੱਲ ਤੇ ਬੜਾ ਅੱਛੇ ਤਰੀਕੇ ਨਾਲ ਐਮਫੈਸਿਸ ਕੀਤਾ ਕਿ ਅਸੀਂ ਧਰਮ ਦੀ ਗੱਲ ਨਾ ਕਰੀਏ, ਜੀ, ਅਸੀਂ ਗੱਲ ਕਰੀਏ ਆਪਣੇ ਆਪ ਨੂੰ ਪਹਿਚਾਨਣ ਦੀ, ਆਪਣੇ ਆਪ ਨੂੰ ਅੰਡਰਸਟੈਂਡ ਕਰਨ ਦੀ। ਕੋਈ ਵੀਰ ਜੀ, ਮੇਰੇ ਲਈ ਨਾ ਤਾਂ ਦੇਖੋ, ਇੱਕ ਸਾਡੇ ਲਈ ਸੁਭਾਗੇ ਦੀ ਗੱਲ ਹੈਗੀ ਕਿ ਅਸੀਂ ਇੰਨੇ ਲਰਨਡ ਬੰਦਿਆਂ ਦੇ ਨਾਲ, ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਹਰ ਤਰ੍ਹਾਂ ਦੇ ਐਕਸਪੀਰੀਅੰਸ ਕੀਤੇ, ਹਰ ਤਰੀਕੇ ਨਾਲ ਲਾਈਫ ਨੂੰ ਦੇਖਿਆ ਹੈਗਾ। ਤੇ ਸੋਚ ਕੇ ਦੇਖੋ ਕਿ ਬਈ ਇਹਨਾਂ ਦੇ ਕੋਲੋਂ ਅਸੀਂ ਕਿੰਨੀ ਲਰਨਿੰਗ ਕਰ ਸਕਦੇ ਹਾਂ। ਸਾਨੂੰ ਸਿਰਫ ਆਪਣੇ ਆਪ ਨੂੰ ਥੋੜਾ ਜਿਹਾ ਓਪਨ ਕਰਨਾ ਹੈਗਾ, ਥੋੜਾ ਜਿਹਾ ਸਾਨੂੰ ਇਹ ਥਾਟ ਪ੍ਰੋਸੈਸ ਲੈ ਕੇ ਆਉਣਾ ਹੈਗਾ ਕਿ ਅਸੀਂ ਇਹਨੂੰ ਗੱਲ ਨੂੰ ਪ੍ਰੋਪਰ ਤਰੀਕੇ ਨਾਲ ਸਮਝੀਏ, ਇਹਨੂੰ ਗਲਤ ਪਾਸੇ ਨਾ ਜੋੜੀਏ। ਦੇਖੋ, ਕਿਸੇ ਵੀ ਚੀਜ਼ ਨੂੰ ਨੈਗੇਟਿਵਿਟੀ ਦੇ ਨਾਲ ਕਿਤੇ ਵੀ ਲੈ ਜਾ ਸਕਦੇ ਹਾਂ, ਔਰ ਪੋਜ਼ਿਟਿਵਿਟੀ ਦੇ ਨਾਲ ਉਹਦੇ ਵਿੱਚ ਪਤਾ ਨਹੀਂ ਉਹਦੇ ਵਿੱਚ ਕੀ ਕ੍ਰੀਏਟ ਕਰ ਸਕਦੇ ਹਾਂ। ਸੋ ਲੈਟਸ ਬੀ ਪੋਜ਼ਿਟਿਵ and let's talk about learnings in life, and let's talk about how we can make ourselves a better human being। ਬਹੁਤ ਵਧੀਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਇੱਕ ਦੋ ਹੈਗੇ ਨੇ, ਜ਼ਿਆਦਾ ਸਮੇਂ ਨਹੀਂ ਹੋਏਗਾ ਕਿਉਂਕਿ ਡਾਕਟਰ ਸਾਹਿਬ ਨੇ ਹੁਣੇ ਜਾਣਾ ਹੈ। ਸੋ ਮੈਂ ਇੱਕ ਦੀ ਕਾਲ ਲੈ ਕੇ ਫਿਰ ਇੱਕ ਪ੍ਰੋਗਰਾਮ ਜਿਹੜਾ ਇੱਥੇ ਸਾਡੇ ਕੈਨੇਡਾ 'ਚ ਹੋਣ ਜਾ ਰਿਹਾ, ਉਹਦੀ ਰੂਪਰੇਖਾ ਵੀ ਮੈਂ ਡਾਕਟਰ ਸਾਹਿਬ ਕੋਲ ਚਾਹਾਂਗਾ ਜ਼ਰੂਰ ਦੱਸਣ। ਜੀ ਸਰ, ਕੌਣ ਸਾਹਿਬ ਬੋਲ ਰਹੇ ਜੀ? ਹੈਲੋ, ਨੈਕਸਟ ਕਾਲ। हाँ जी, सत श्री अकाल जी, मैं ਮਹਿੰਦਰ ਸਿੰਘ ਗਿੱਲ ਬੋਲ ਰਿਹਾ ਸੀ। ਮਹਿੰਦਰ ਸਿੰਘ ਗਿੱਲ ਸਾਹਿਬ, ਹਾਂਜੀ, ਵੈਲਕਮ ਜੀ, ਚੈਨਲ ਤੇ ਸਵਾਗਤ ਹੈ ਤੁਹਾਡਾ। ਤੁਹਾਡੇ ਡਾਕਟਰ ਸਾਹਿਬ ਆਏ ਸੀ, ਗੀਤਾ ਬਾਰੇ ਬਹੁਤ
ਪ੍ਰਚਾਰ ਕੀਤਾ, ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ। ਜੀ ਜੀ ਮੇਰਾ ਵੀ ਇੱਕ ਦੋਸਤ ਹੈ ਪੰਡਤ, ਮੈਂ ਵੀ, ਮੇਰੀ 76 ਸਾਲ ਉਮਰ ਹੋ ਗਈ, ਮੈਂ 9 ਦਫਾ ਗੀਤਾ ਸੁਣੀ ਹੈ। ਅੱਛਾ ਜੀ। ਤੇ ਲੇਕਿਨ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਵੀ ਜਿੰਨੀ ਇਹਨਾਂ ਨੇ ਉਸਤਤ ਕੀਤੀ ਹੈ ਗੀਤਾ ਦੀ, ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਹੈ ਨਹੀਂ? ਠੀਕ ਹੈ, ਬਿਲਕੁਲ ਹੈਗੀਆਂ, ਹਾਂਜੀ ਸੁਣੋ ਜੀ ਜਵਾਬ। 100% ਹੈਗੀਆਂ ਔਰ ਕੋਈ ਵੀ ਫਰਕ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ 'ਚ ਵੀ ਇਹੀ ਗੱਲਾਂ ਲਿਖੀਆਂ। 100% ਨਹੀਂ ਹੈ ਸਰ ਜੀ, 100 ਤੋਂ ਵੀ ਜ਼ਿਆਦਾ ਉਹਦੇ 'ਚ। ਮੈਂ ਗੁਰੂ ਗ੍ਰੰਥ ਸਾਹਿਬ, ਮੇਰੇ ਘਰੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀਗੀ। ਇੱਕ ਮਿੰਟ ਵੀ ਜ਼ਿਕਰ ਨਹੀਂ ਕੀਤਾ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੇਰੇ ਘਰੇ ਸੀਗੀ। ਮੈਂ ਦਾਦੀ ਦੀ ਗੋਦੀ 'ਚ ਪੈ ਕੇ ਸਾਰੀ ਗ੍ਰੰਥ ਸਾਹਿਬ ਦੀ ਬਾਣੀ ਸੁਣੀ ਹੈ। ਜੀ ਜੀ ਜੀ। ਮੈਂ 36 ਰਿਸਰਚ ਪੇਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਲਿਖੇ ਹੈ। ਅੱਛਾ। ਗੁਰੂ ਗ੍ਰੰਥ ਸਾਹਿਬ ਦੀ ਮੈਂ मतलब ਹੱਥ ਜੋੜ ਕੇ ਮੇਰੀ ਬੇਨਤੀ ਹੈ ਔਰ ਸਿਰ ਝੁਕਾ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਓਨਾ ਹੀ ਸਨਮਾਨੀ ਹੈ, ਓਨਾ ਹੀ ਮਾਨਨੀ ਹੈ ਜਿੰਨੀ ਗੀਤਾ ਹੈ। ਗੀਤਾ ਸਿਰਫ ਇਸ ਕਰਕੇ मतलब ਇਦਾਂ ਨਹੀਂ ਹੈ ਕਿ ਗੀਤਾ ਨੂੰ, ਕਿਉਂਕਿ ਗੀਤਾ ਨੂੰ ਲੋਕਾਂ ਨੇ ਐਕਸੈਪਟ ਕਰਨਾ ਸ਼ੁਰੂ ਕੀਤਾ ਐਜ਼ ਅ ਮੋਟੀਵੇਸ਼ਨਲ ਬੁੱਕ। ਮੈਂ ਇਸ ਕਰਕੇ ਉਹਨੂੰ ਕਿਹਾ ਹੀ ਨਹੀਂ ਧਰਮ ਦੀ ਕਿਤਾਬ। ਮੈਂ ਕਿਹਾ ਗੀਤਾ ਜਿਹੜੀ ਹੈਗੀ ਹੈ ਸਾਨੂੰ ਇੰਸਪਾਇਰ ਕਰਨ ਦੀ, ਇੱਕ ਮੋਟੀਵੇਟ ਕਰਨ ਦੀ ਕਿਤਾਬ ਹੈਗੀ ਹੈ। ਇਹਨੂੰ ਧਾਰਮਿਕ ਬੁੱਕ ਮੰਨਿਆ ਹੀ ਨਾ ਜਾਏ। ਜਦੋਂ ਧਾਰਮਿਕ ਬੁੱਕਾਂ ਦੀ ਕਿਤਾਬ ਆਏਗੀ ਤਾਂ ਮੈਂ ਜ਼ਰੂਰ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾ ਕੇ ਆਪਣਾ ਮੱਥਾ ਟੇਕਾਂਗਾ ਔਰ ਉਹੀ सम्मान ਮੇਰੇ ਵਾਸਤੇ ਐਜ਼ ਅ ਪੰਜਾਬੀ ਜੋ ਕੋਈ ਹੋਰ ਵੀ ਕਰ ਸਕਦਾ, ਗੁਰੂ ਗ੍ਰੰਥ ਸਾਹਿਬ ਦਾ सम्मान। ਕਿਉਂਕਿ ਇਹ ਬਾਣੀ ਸਾਡੇ ਵਾਸਤੇ ਸਾਖਸ਼ਾਤ ਬਾਣੀ ਹੈ, ਸਾਖਸ਼ਾਤ ਗੁਰੂਆਂ ਦਾ ਰੂਪ ਹੈ ਔਰ ਬਹੁਤ ਆਦਰ सम्मान ਹੈ ਗੁਰੂ ਗ੍ਰੰਥ ਸਾਹਿਬ ਦਾ। ਪਰ ਉਸ सम्मान ਦੇ ਨਾਲ ਚਲਦੇ ਚਲਦੇ ਗੀਤਾ ਦੀ ਵੀ ਮੈਂ ਗੱਲ ਨਾਲ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਵੀ ਆਪਣੇ ਕਾਲਰ ਸੈਟੀਸਫਾਈਡ ਹੋਣਗੇ ਮੇਰੇ ਆਨਸਰ ਨਾਲ। ਫਿਰ ਵੀ ਕੋਈ ਮੇਰੇ ਮੂੰਹੋਂ ਕੁਝ ਨਿਕਲ ਗਿਆ ਹੋਇਆ ਤਾਂ ਮੈਂ क्षमा ਪ੍ਰਾਰਥੀ ਹੈ ਜੀ। ਨਹੀਂ ਮਹਿੰਦਰ ਸਿੰਘ ਗਿੱਲ ਸਾਹਿਬ, ਮੈਂ ਬਸ ਇੱਥੇ ਗੱਲ ਜ਼ਰੂਰ ਕਹਾਂਗਾ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਕਿਹਾ ਹੈਗਾ ਕਿ ਆਈ ਥਿੰਕ ਜਿਸ ਤਰ੍ਹਾਂ ਜਦੋਂ ਅਸੀਂ ਗੱਲ ਸੇ ਫॉर ਐਗਜ਼ਾਮਪਲ ਅਸੀਂ ਜੇ ਆਕਸਫੋਰਡ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ ਤਾਂ ਦੈਟ ਡਸਨਟ ਨੈਸੈਸਰੀਲੀ ਮੀਨ ਕਿ ਯੇਲ ਯੂਨੀਵਰਸਿਟੀ ਜਿਹੜੀ ਉਹ ਚੰਗੀ ਆ ਮਾੜੀ। ਵੀ ਨਾਟ ਕੰਪੇਅਰਿੰਗ ਦੈਟ, ਵੀ ਆਰ ਨਾਟ ਕੰਪੇਅਰਿੰਗ। ਇਹ ਜਿਹੜਾ ਕੰਪੈਰੀਜ਼ਨ ਕਰਨਾ ਹੀ ਠੀਕ ਨਹੀਂ ਹੋਏਗਾ ਕਿ ਸ਼੍ਰੀ ਭਗਵਦ ਗੀਤਾ 'ਚ ਕੀ ਹੈ ਤੇ ਇਹਦੇ 'ਚ ਕੀ ਹੈ। ਸਾਰੇ ਹੀ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜਾਂ ਜਿੰਨੇ ਵੀ ਕੋਈ ਵੀ ਸਾਡੇ ਗੁਰੂਆਂ ਨੇ ਜੋ ਵੀ ਚੀਜ਼ਾਂ ਲਿਖੀਆਂ ਨੇ, ਜੋ ਗੱਲਾਂ ਕਹੀਆਂ ਨੇ, ਹਰ ਗੁਰੂ सम्मानयोग है। और ਜਿਹੜਾ ਸੈਕਰੀਫਾਈਸ ਸਿੱਖ ਗੁਰੂਆਂ ਦਾ ਹੈ ਸ਼ਾਇਦ ਪੂਰੀ ਦੁਨੀਆ 'ਚ ਐਸਾ ਕੋਈ ਸੈਕਰੀਫਾਈਸ ਨਹੀਂ ਹੈ। ਨਹੀਂ ਹੈ ਜੀ, ਬਿਲਕੁਲ। ਬੰਦਾ ਆਪਣੇ ਫਾਦਰ ਨੂੰ ਉਹ ਕਹੇ ਕਿ ਵੀ ਤੁਹਾਡੇ ਤੋਂ ਅੱਛਾ ਕਿਹੜਾ ਹੋ ਸਕਦਾ ਸ਼ਹਾਦਤ ਵਾਸਤੇ, ਬੰਦਾ ਗੁਰੂ ਗੋਬਿੰਦ ਸਿੰਘ ਨੇ ਕਿਹਾ। ਪਰ ਆਪਣੇ 4 ਪੁੱਤਰ ਵਾਰਤੇ और फिर किया कि 4 मुँह तो क्या हुआ, जीवित कई हजार। जी जी, है ना। ऐसे ऐसे ਅਸੀਂ ਤਾਂ ਸਾਡੇ ਤਾਂ ਸਾਰੀ ਜ਼ਿੰਦਗੀ ਉਹਨਾਂ ਤੋਂ ਇਨਸਪਾਇਰ ਹੋਈ ਹੈ, ਮੋਟੀਵੇਟ ਹੋਈ ਹੈ। ਇਸ ਕਰਕੇ ਗੁਰੂਆਂ ਨੂੰ ਅਸੀਂ ਇੱਥੇ ਕਿਤੇ ਵਿੱਚ ਨਾ ਲਿਆਣਾ, ਨਾ ਗ੍ਰੰਥ ਸਾਹਿਬ ਨੂੰ ਲਿਆ ਰਹੇ ਹਾਂ। ਉਹਨਾਂ ਦਾ सम्मान ਆਪਣੀ ਥਾਂ ਤੇ ਹੈ ਔਰ ਬਿਲਕੁਲ ਸਿਰ ਮੱਥੇ ਹੈ सम्मान। ਬਿਲਕੁਲ। ਔਰ ਮੈਂ ਸਮਝਦਾ ਹਾਂ ਕਿ ਹਰੇਕ ਦੀ ਆਪਣੀ ਆਪਣੀ ਮਰਜ਼ੀ ਹੈ। ਸਾਨੂੰ ਦੇਖੋ, ਮੈਂ ਇੱਕ ਗੱਲ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਜਿਹੜਾ ਇੱਕ ਸਪੋਰਟਸ ਪਰਸਨ ਹੈ ਉਹ ਹਰੇਕ ਸਪੋਰਟਸ ਦੀ ਰਿਸਪੈਕਟ ਕਰੇਗਾ। ਜਿਹੜਾ ਇੱਕ ਸਪੋਰਟਸ ਪਰਸਨ ਹੈ, ਕਈ ਵਾਰ ਇੱਕ ਹੋ ਜਾਂਦਾ ਹੈ ਕਿ ਜੀ ਹਾਂਜੀ ਹਾਕੀ ਵਧੀਆ ਹੈ ਕਿ ਕ੍ਰਿਕਟ ਚੰਗਾ ਹੈ ਕਿ ਸੌਕਰ ਚੰਗਾ ਹੈ। ਸਪੋਰਟਸ ਪਰਸਨ ਉਹ ਹਰੇਕ ਸਪੋਰਟਸ ਨੂੰ ਪਿਆਰ ਕਰੇਗਾ, ਹਰੇਕ ਸਪੋਰਟਸ ਪਰਸਨ ਦੀ ਉਹ ਰਿਸਪੈਕਟ ਕਰੇਗਾ। ਬਿਲਕੁਲ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਕਿ ਜਿਹੜਾ ਕਹੇ ਜੀ ਮੈਂ ਧਾਰਮਿਕ ਹੈ, ਜਿਹੜਾ ਬੰਦਾ ਸਪਿਰਿਚੁਅਲਿਟੀ ਦੀ ਗੱਲ ਕਰੇਗਾ ਉਹ ਹਰ ਧਰਮ ਦੀ ਜਿਹੜੀ ਉਹ ਰਿਸਪੈਕਟ ਕਰੇਗਾ। ਕੋਈ ਵੀ ਮੈਂ ਕਹਿੰਦਾ ਅਸਲੀ ਹਿੰਦੂ ਹੀ ਉਹੀ ਹੈ। ਜੀ ਜੀ। ਮੰਦਿਰ ਤੋਂ ਅੱਗੇ ਨਿਕਲੇ ਤਾਂ ਝੁਕੇ ਹੀ ਝੁਕੇ, ਗੁਰਦੁਆਰੇ ਤੋਂ ਅੱਗੇ ਨਿਕਲੇ, ਮਸਜਿਦ ਤੋਂ ਅੱਗੇ ਨਿਕਲੇ, ਚਰਚ ਤੋਂ ਅੱਗੇ ਨਿਕਲੇ, ਜੇ ਉਹਦਾ ਸਿਰ ਆਪਣੇ ਆਪ ਨਹੀਂ ਝੁਕਿਆ ਤਾਂ ਉਹ ਅਸਲਾ ਹਿੰਦੂ ਨਹੀਂ ਹੈ। ਜੀ 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 ਜੀ, ਬਿਲਕੁਲ। ਝੁਕਣਾ ਚਾਹੀਦਾ। ਵਾਹ, ਬਹੁਤ 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 ਵਧੀਆ ਤੁਸੀਂ ਗੱਲ ਕੀਤੀ। ਰਮਨ ਜੀ, ਮੈਂ ਚਾਹਾਂਗਾ ਕਿ ਡਾਕਟਰ ਸਾਹਿਬ ਤੋਂ ਜਿਹੜਾ ਪ੍ਰੋਗਰਾਮ ਇੱਥੇ ਰੱਖਿਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਲੈ ਲਈਏ। ਡਾਕਟਰ ਸਾਹਿਬ, ਤੁਸੀਂ ਇੱਥੇ ਕੈਨੇਡਾ ਆਏ ਹੋ, ਜਿਹੜਾ ਪ੍ਰੋਗਰਾਮ ਰੱਖਿਆ ਉਹਦੇ ਬਾਰੇ ਪਲੀਜ਼ ਜਾਣਕਾਰੀ ਦਿਓ। ਸਰ ਕੱਲ ਓਟਵਾ ਪਾਰਲੀਮੈਂਟ 'ਚ ਹੈਗਾ ਜੀ। देयर इज़ अ ਸੈਮੀਨਾਰ ਕਾਈਂਡ ਆਫ ਅ ਥਿੰਗ ਇਨ ਓਟਵਾਸ ਪਾਰਲੀਮੈਂਟ। ਉੱਥੇ ਅਸੀਂ ਗੀਤਾ ਨੂੰ ਨਾਲ ਉਹਨਾਂ ਦੀ ਲਾਇਬ੍ਰੇਰੀ 'ਚ ਐਸਟੈਬਲਿਸ਼ ਕਰਾਂਗੇ। ਗੀਤਾ ਵੀ, ਤਾਂ ਕਿ ਜੋ ਲੋਕ ਬਾਕੀ ਕਿਤਾਬਾਂ ਪੜ੍ਹਨ ਉਹ ਗੀਤਾ ਵੀ ਪੜ੍ਹਨ। ਠੀਕ ਹੈ। 17 ਤਰੀਕ ਨੂੰ ਇੱਥੇ ਲਿਵਿੰਗ ਆਰਟ ਸੈਂਟਰ ਜੀ, ਆਰਟ ਆਫ ਲਿਵਿੰਗ ਦਾ ਜਿਹੜਾ ਸੈਂਟਰ ਹੈ ਉਹਦੇ 'ਚ ਲਗਭਗ 1300 ਬੰਦਿਆਂ ਦਾ ਪ੍ਰੋਗਰਾਮ ਹੈ। ਠੀਕ ਹੈ। ਇਟ ਇਜ਼ ਆਲਸੋ देयर आर डिफरेंट स्पीकर्स ऑन गीता। इट्स अ काइंड ऑफ ਸੈਮੀਨਾਰ। ਉਹਦੇ ਬਾਅਦ ਈਵਨਿੰਗ ਇੱਕ ਨ੍ਰਿਤ ਨਾਟਿਕਾ ਹੈ ਰਾਧਾ ਕ੍ਰਿਸ਼ਨ ਦੇ ਬਾਰੇ। और फिर 18 तरीक ਨੂੰ ਇੱਕ ਸ਼ੋਭਾ ਯਾਤਰਾ ਟੋਰਾਂਟੋ ਡੰਡਾ ਸਕੁਅਰ, ਯੰਗ ਐਂਡ ਡੰਡਾ ਸਕੁਅਰ। ਠੀਕ ਹੈ ਜੀ। ਸੋ ਅਸੀਂ ਦੱਸ ਦਈਏ ਇੱਕ ਵਾਰ ਫਿਰ ਦੁਬਾਰਾ ਤੋਂ ਇਹ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਸਾਰੀ ਪ੍ਰੋਗਰਾਮਿੰਗ ਅਸੀਂ ਜਿਹੜੀ ਉਹ ਦਿਖਾ ਰਹੇ ਹੈਗੇ ਆ। ਸੋ ਜਿਹਦੇ ਵਿੱਚ ਕਿ ਆਟੋਵਾ ਇੱਕ ਪ੍ਰੋਗਰਾਮ ਰੱਖਿਆ ਗਿਆ ਹੈਗਾ ਪਾਰਲੀਮੈਂਟ ਦੇ ਵਿੱਚ, ਆਟੋਵਾ ਹੋਏਗਾ, ਫਿਰ ਮਿਸਿਸਾਗਾ ਲਿਵਿੰਗ ਆਰਟ ਸੈਂਟਰ ਪ੍ਰੋਗਰਾਮ ਹੈਗਾ
ਔਰ ਫਿਰ ਸ਼ੋਭਾ ਯਾਤਰਾ ਜਿਹੜੀ ਹੈ ਉਹ ਰੱਖੀ ਗਈ ਹੈ ਯੰਗ ਐਂਡ ਇੰਡਸ ਸੈਂਟਰ ਟੋਰਾਂਟੋ। ਇਹਦੇ ਬਾਰੇ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਰੀ ਸ਼ੇਅਰ ਕਰ ਰਹੇ ਹੈਗੇ ਹਾਂ। ਸੋ ਬਾਕੀ ਆਉਣ ਵਾਲੇ ਪ੍ਰੋਗਰਾਮ 'ਚ ਗੱਲਬਾਤ ਜਾਰੀ ਰਹੇਗੀ। ਰਮਨ ਜੀ, ਥੈਂਕ ਯੂ ਸੋ ਮਚ, ਤੁਸੀਂ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਪਲੇਅਰ ऑनर ਪ੍ਰਿਵਿਲੇਜ ਟੂ ਹੈਵ ਯੂ ਹੇਅਰ ਇਨ ਦ ਸਟੂਡੀਓ। ਥੈਂਕ ਯੂ ਸੋ ਮਚ। ਐਂਡ ਫਿਰ ਇੱਕ ਵਾਰੀ ਦੁਬਾਰਾ ਹੱਥ ਜੋੜ ਕੇ ਸ਼ਰੋਤਾਵਾਂ ਨੂੰ ਕੋਈ ਗੱਲ ਮੇਰੀ ਬੁਰੀ ਲੱਗੀ ਹੋਏ ਤਾਂ ਮੈਂ ਮਾਫੀ ਮੰਗਦਾ ਸਰ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਸਾਡੀ ਖਾਸ ਪੇਸ਼ਕਸ਼ ਜਿਹੜੀ ਹੈ ਜ਼ਰੂਰ ਪਸੰਦ ਕੀਤੀ ਹੋਏਗੀ। ਯੁੱਧਵੀਰ ਜਸਵਾਲ ਨੂੰ ਇੱਥੇ ਇਜਾਜ਼ਤ ਦਿਓ, ਦੇਖਦੇ ਰਹੋ। ਥੈਂਕ ਯੂ। South Asian Canadian Channel, Hi, this is Priyanka Chopra and you're watching Channel Y. the biggest South Asian media group. Y Media. Y Media has newspaper, midweek, radio, South Asian Pulse. Hi, I'm Amitabh Bachchan, and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का नंबर 1 रेडियो स्टेशन FM 90